कर दिए शुरू भैन जी हो गए संगत आ गई है। ठीक है ठीक है। एक ओंकार सतनाम करता पुरख निरभव निर्वैर अकाल मूर्त आजोनी सैभं गुर प्रसाद जप आद सच जुगाद सच है भी सच नानक होसी भी सच। ਤੇ ਤੁਹਾਡਾ ਕੋਈ ਹੋਰ ਵੀ ਸਵਾਲ ਹੋਏਗਾ ਤੇ ਉਹ ਵੀ ਪਿੱਛੋਂ ਲੈ ਲਵਾਂਗੇ ਤੇ ਅਜੇ ਫਿਰ ਅਸੀਂ ਉਸ ਟੌਪਿਕ ਨੂੰ ਲੈਣੇ ਹੈਗੇ। ਸੋ ਪਿਛਲੀ ਵਾਰੀ ਅਸੀਂ ਥੋੜਾ ਡਿਸਕਸ ਕੀਤਾ ਸੀ ਕਿ ਹਾਊ ਕ੍ਰੀਏਸ਼ਨ ਹੈਪਨ। ਇਹਦਾ ਅਸੀਂ ਸ਼ੁਰੂ ਹੀ ਤੇ ਨਹੀਂ ਕਰਦੇ, ਵਿੱਚ ਇਹਦੀ ਰੈਫਰੈਂਸ ਆਏਗੀ ਤੇ ਅਸੀਂ ਥੋੜੀ ਜਿਹੀ ਰੈਫਰੈਂਸ ਦੇ ਦਿਆਂਗੇ। ਸੋ ਅਸੀਂ ਸ਼ੁਰੂ ਕੀਤਾ ਸੀ, actually these are stages of consciousness ਜਿਹੜੀਆਂ ਕਿ ਅਸੀਂ ਬੜੇ ਸਾਇੰਟਿਫਿਕ ਤਰੀਕੇ ਨਾਲ ਇਫੈਕਟ ਕਰਦੀਆਂ ਨੇ, ਉਸ ਤਰ੍ਹਾਂ ਐਕਸਪਲੇਨ ਕੀਤੀਆਂ ਸੀ। ਇਹ ਸਟੇਜਿਸ ਅਸੀਂ ਹੋਰ ਡਿਫਰੈਂਟ ਤਰੀਕਿਆਂ ਨਾਲ ਵੀ, ਬਹੁਤ ਸਾਰੇ ਤਰੀਕਿਆਂ ਨਾਲ ਇਹ ਐਕਸਪਲੇਨ ਹੁੰਦੀਆਂ ਨੇ, ਉਹਦੇ ਡਿਫਰੈਂਟ ਟੌਪਿਕ ਆ ਜਾਂਦੇ ਨੇ। ਜਿਸ ਤਰ੍ਹਾਂ ਲਿਟਲ ਬਿਟ ਆਫ ਡਿਫਰੈਂਸ, ਜਿਹੜੇ 5 ਖੰਡ ਨੇ ਉਹ ਵੀ ਐਕਚੁਅਲੀ ਦੇਖਿਆ ਜਾਏ ਤਾਂ ਐਕਸਪਲੇਨ ਡਿਫਰੈਂਟ ਸਟੇਟਸ ਨੂੰ ਕਰਦੇ ਨੇ, ਪਰ ਉਹ ਥੋੜੇ ਜਿਹੇ ਇੰਨੀ ਐਡਵਾਂਸ ਸਟੇਜ ਤੇ ਨੇ, ਡਿਫਰੈਂਟ ਨੇ, ਜਿਹੜਾ ਸਾਡਾ ਪ੍ਰੈਜ਼ੈਂਟ ਨੌਲੇਜ ਹੈ ਉਹਦੇ ਨਾਲੋਂ ਅਸੀਂ ਡਿਵੈਲਪ ਕਰਦੇ ਕਰਦੇ ਉਹਦੇ ਤੇ ਪਹੁੰਚਾਂਗੇ। ਅਜੇ ਅਸੀਂ ਡਾਇਰੈਕਟ ਜਿਹੜਾ ਗਿਆਨ ਸਾਨੂੰ ਡਾਇਰੈਕਟ ਕੌਨਸ਼ੀਅਸ ਨੂੰ ਇਫੈਕਟ ਕਰ ਰਿਹਾ ਹੈ ਉਹਨੂੰ ਅਸੀਂ ਲਵਾਂਗੇ, ਤਾਂ ਕਿ ਸਾਡੀ ਸਮਝ ਉੱਥੋਂ ਤੱਕ ਪਹੁੰਚ ਜਾਏ ਕਿ ਜਦੋਂ ਅਸੀਂ ਖੰਡਾਂ ਨੂੰ ਡਿਸਕਸ ਕਰੀਏ ਤੇ ਸਾਨੂੰ ਪਹਿਲਾ ਜਿਹੜਾ ਗਰਾਊਂਡ ਹੈ ਉਹ ਪ੍ਰੀਪੇਅਰ ਹੋਏ ਤਾਂ ਕਿ ਉਹਨੂੰ ਸਮਝ ਸਕੀਏ। ਸੋ ਇਹਦੇ ਵਿੱਚ ਅਸੀਂ ਪਹਿਲੀ ਲਈ ਸੀ अन्नमय कोश। एक्चुअली बंदा मेनली अन्न ते जी रहा, अन्न दे नाल अन्न कमाना, अन्न नाल डील करना, अन्न दे नाल साडे रिश्ते नाते जुड़े हुए ने, अन्न दे नाल साडे सारे विचार जुड़े हुए ने। ते जदों असी अन्नमय कोश अन्न लैवल ते हुन्ने आ ते उदों साडा कंसर्न सिर्फ हुंदा है रिश्तियां नातियां नाल, चीज़ां नाल, कमाई नाल। ये स्टेट है जिहड़ी कि जिन्हों असीं कहने आ टोटली टू बी कॉन्शियस ऑफ योर फिजिकल कोर, फिजिकल शीत, फिजिकल लाइफ। इत्थे अजे अंदर कोई चिंगारी पैदा नहीं हुई कि कोई हायर चीज़ भी है जिहदे वल असीं जाना है, या पता होवे भी ते अजे उहदे वल रजू नहीं होया। तो दिस इज द लोएस्ट लैवल जिहड़ा कि असीं ह्यूमन लाइफ तो लोएस्ट नहीं लगता। ह्यूमन लाइफ तो हो सकता असीं बड़े सक्सैसफुल होइए, साडियां बड़ियां वड्डियां नौकरियां होण, साडे बड़ियां प्रॉपर्टियां होण, पर अजे साडा ध्यान हर साइड ते नहीं गया। ते दिस इज द लैवल ऑफ जिहड़ा साडा हैगा फिजिकल शीत है। नेक्स्ट है प्राणा शीत। ਇਹ ਉਹੀ ਹੈ ਜਿਹੜਾ ਤੁਸੀਂ ਡਿਸਕਸ ਕੀਤਾ ਸੀ ਕਿ ਪਵਨ ਜਿਹੜੀ ਹੈ, ਪਵਨ ਬਾਈ ਪਵਨ ਇਜ਼ ਸੋ ਇੰਪੋਰਟੈਂਟ। ਪ੍ਰਾਣਾ ਇਜ਼ ਪਵਨ। ਸੋ ਦੇਖਿਆ ਜਾਏ ਤੇ ਲਾਈਫ ਇਜ਼ ਪਵਨ ਓਨਲੀ, ਵੀ ਆਰ ਲਿਵਿੰਗ ਔਨ ਪਵਨ ਓਨਲੀ। ਜਦੋਂ ਪਰਮਾਤਮਾ ਨੇ ਪਵਨ ਪਾਈ ਹਿਊਮਨ ਲਾਈਫ ਵਿੱਚ ਤੇ ਲਾਈਫ ਆ ਗਈ, ਜਿੱਦਣ ਪਵਨ ਕੱਢ ਲਈ ਲਾਈਫ ਖਤਮ ਹੋ ਗਈ।
पवन ही लाइफ है। बट हाउ टू यूज पवन, मेन चीज है हाउ टू यूज पवन। एक तो तुसी उदों जिस तरह दस्या सी कि पवन मीनस के लाइफ जिन्ना चिर असीं जीने आ उन्ना चिर असीं बोल सकने आ, सीख सकने आ, सुन सकने आ। सो दैट इज वाई इट वाज कॉल्ड गुरु। पवन इज वेरी इंपॉर्टेंट जे असीं इहनूं जरा सूक्ष्म तरीके नाल लईए ते पवन एक्चुअली साडी जिहड़ी अध्यात्मिक प्रोग्रेस है ਉਹਦੇ ਵਾਸਤੇ ਪਵਨ ਹੀ ਰਿਸਪੌਂਸਿਬਲ ਹੈ। ਅਸੀਂ ਜ਼ਿਆਦਾ ਕਦੀ ਪਵਨ ਤੇ ਧਿਆਨ ਨਹੀਂ ਕੀਤਾ, ਪ੍ਰਾਣਾ ਤੇ ਧਿਆਨ ਨਹੀਂ ਕੀਤਾ, ਕਿਉਂਕਿ ਸਾਨੂੰ ਉਹਦੇ 'ਚ ਕੋਈ ਤਕਲੀਫ ਨਹੀਂ ਹੁੰਦੀ। ਸਾਹ ਆ ਰਿਹਾ, ਸਾਹ ਜਾ ਰਿਹਾ, ਸਾਹ ਆ ਰਿਹਾ, ਸਾਹ ਜਾ ਰਿਹਾ, ਕੋਈ ਪ੍ਰੋਬਲਮ ਨਹੀਂ। ਜਿੱਦਣ ਸਾਨੂੰ ਇਹ ਪਤਾ ਲੱਗੇ ਕਿ ਸਾਹ ਨਹੀਂ ਆ ਰਿਹਾ, ਕਿਉਂ ਨਹੀਂ ਆ ਰਿਹਾ, ਕੀ ਵਜ੍ਹਾ ਹੈ, ਉਸ ਦਿਨ ਅਸੀਂ ਕੌਨਸ਼ੀਅਸ ਹੋ ਜਾਵਾਂਗੇ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਰਾ ਕੁ ਆਕਸੀਜਨ ਦੀ ਕਮੀ ਹੋ ਜਾਏ ਤੇ ਬੰਦੇ ਦੀ ਕੀ ਹਾਲਤ ਹੁੰਦੀ ਹੈ। ਇਹਨਾਂ ਦਿਨਾਂ 'ਚ ਕਰੋਨਾ ਦੇ ਵਿੱਚ ਮੇਨ ਜਿਹੜੀ ਸ਼ਾਰਟੇਜ ਆਉਂਦੀ ਹੈ ਉਹ ਪਵਨ ਦੀ ਆਉਂਦੀ ਹੈ, ਉਹ ਪ੍ਰਾਣਾਂ ਦੀ ਆਉਂਦੀ ਹੈ, ਆਕਸੀਜਨ ਦੀ ਕਮੀ ਹੁੰਦੀ ਹੈ। ਦੈਨ ਵੀ ਰਨ ਟੂ ਦਾ ਹਸਪੀਟਲ। ਕਹਿੰਦੇ ਨੇ ਕੋਈ ਬੰਦਾ ਡਿਸਚਾਰਜ ਹੋਇਆ ਹਸਪੀਟਲ ਤੋਂ ਤੇ ਉਹਨਾਂ ਨੇ ਬਿੱਲ ਦਿੱਤਾ ਤੇ ਉਹ ਰੋਣ ਲੱਗ ਪਿਆ। ਤੇ ਉਹਨਾਂ ਨੇ ਕਿਹਾ, ਡਾਕਟਰਾਂ ਨੇ, ਪਤਾ ਨਹੀਂ ਮਸਟ ਬੀ ਵੈਰੀ ਪੂਅਰ, ਇਹਦੇ ਕੋਲ ਪੈਸੇ ਨਹੀਂ ਹੈਗੇ ਤੇ ਰੋਣ ਲੱਗ ਪਿਆ। ਉਹਨਾਂ ਨੇ ਕਿਹਾ ਤੂੰ ਦੱਸ ਕੀ ਗੱਲ ਹੈ, ਅਸੀਂ ਤੇਰੀ ਹੈਲਪ ਕਰਨੀ। ਉਹਨੇ ਕਿਹਾ ਨਹੀਂ, ਮੈਨੂੰ ਰੋਣਾ ਤਾਂ ਆਇਆ ਹੈ ਕਿ ਅਸੀਂ ਇੰਨੀ ਆਕਸੀਜਨ ਲਾਈਫ ਦੇ ਵਿੱਚ ਲੈਂਦੇ ਹਾਂ, ਇੰਨੀ ਆਕਸੀਜਨ ਲੈਂਦੇ ਹਾਂ, ਉਹਦਾ ਅਸੀਂ ਕੋਈ ਬਿੱਲ ਨਹੀਂ ਦਿੰਦੇ ਤੇ ਤੁਸੀਂ ਇੰਨੀ ਆਕਸੀਜਨ ਦਿੱਤੀ ਹੋਈ, ਇਹਦਾ ਇੰਨਾ ਵੱਡਾ ਬਿੱਲ ਦਿੱਤਾ ਹੈ। ਅਸੀਂ ਕਦੇ ਇਹਨਾਂ ਟਰਮਸ ਵਿੱਚ ਸੋਚਿਆ ਹੀ ਨਹੀਂ। ਪਰਮਾਤਮਾ ਨੇ ਸਾਨੂੰ ਇਹ ਪਵਨ ਜਿਹੜੀ ਹੈ ਕਿੰਨੀ ਫ੍ਰੀ ਦਿੱਤੀ ਹੋਈ ਹੈ। ਸੋ ਹੁਣ ਅਸੀਂ ਜੇ ਫਰਦਰ ਦੇਖੀਏ ਕਿ ਇਹ ਆਕਸੀਜਨ ਸਾਨੂੰ ਮਿਲ ਕਿੱਥੋਂ ਰਹੀ ਹੈ। ਆਕਸੀਜਨ ਸਾਨੂੰ ਦਰਖਤਾਂ ਤੋਂ ਮਿਲ ਰਹੀ ਹੈ, ਨੇਚਰ ਤੋਂ ਮਿਲ ਰਹੀ ਹੈ। ਡਿਊਰਿੰਗ ਦਾ ਡੇ ਉਹ ਸਾਨੂੰ ਆਕਸੀਜਨ ਦਿੰਦੇ ਨੇ, ਡਿਊਰਿੰਗ ਦਾ ਨਾਈਟ ਉਹ ਕਾਰਬਨ ਕੱਢਦੇ ਨੇ, ਕਿਉਂਕਿ ਅਸੀਂ ਆਪਣੇ ਅੰਦਰਾਂ 'ਚ ਹੁੰਦੇ ਹਾਂ, ਸਾਨੂੰ ਕੋਈ ਫਰਕ ਨਹੀਂ। ਡਿਊਰਿੰਗ ਦਾ ਡੇ ਸਾਰਾ ਦਿਨ ਅਸੀਂ ਆਕਸੀਜਨ ਲੈਂਦੇ। ਸੋ ਅਸੀਂ ਕਹਿੰਦੇ ਹਾਂ ਕਿ ਸਾਡੇ 'ਚ ਵਨਨੈਸ ਦਾ ਫੀਲਿੰਗ ਨਹੀਂ ਆਉਂਦਾ, ਬੜਾ ਮੁਸ਼ਕਿਲ ਹੈ, ਨਹੀਂ ਆਉਂਦਾ। ਦਿਸ ਇਜ਼ ਵੈਰੀ ਟਰੂ, ਵਨਨੈਸ ਦਾ ਫੀਲਿੰਗ ਨਹੀਂ ਆਉਂਦਾ। ਸੋ ਲੈਟਸ ਥਿੰਕ ਵੈਰੀ ਸੀਰੀਅਸਲੀ ਟੂਡੇ ਕਿ ਇਹਨਾਂ ਦਰਖਤਾਂ ਦਾ ਸਾਡੀ ਲਾਈਫ ਵਿੱਚ ਕਿੰਨਾ ਵੱਡਾ ਰੋਲ ਹੈ। ਜੇ ਆਕਸੀਜਨ ਸਾਨੂੰ ਨਾ ਮਿਲੇ, ਆਕਸੀਜਨ ਦੀ ਕਮੀ ਹੋ ਜਾਏ ਤੇ ਅਸੀਂ ਤੇ ਹਮੇਸ਼ਾ ਬਿਮਾਰ ਰਵਾਂਗੇ। ਸੋ ਦ ਮੋਮੈਂਟ ਵੀ ਥਿੰਕ, ਕਿਸੇ ਦਾ ਜਦੋਂ ਅਹਿਸਾਨ ਅਸੀਂ ਮਹਿਸੂਸ ਕਰਨੇ ਆ ਤੇ ਉਸੇ ਵੇਲੇ ਅਸੀਂ ਉਹਨੂੰ ਥੈਂਕਸ ਕਰਦੇ ਹਾਂ। ਲਾਈਫ ਵਿੱਚ ਅਸੀਂ ਇਸ ਤਰ੍ਹਾਂ ਕਰਦੇ ਹਾਂ। ਸੋ ਜੇ ਅਸੀਂ ਇਹ ਸੋਚੀਏ ਕਿ ਇਹ ਜਿਹੜੀ ਵਨਸਪਤੀ ਹੈ, ਦਰਖਤ ਨੇ, ਇਹ ਸਾਨੂੰ ਆਕਸੀਜਨ ਦੇ ਰਹੇ ਨੇ, ਵੀ ਜੀ ਸਾਡੀ ਲਾਈਫ ਜਿਹਦੇ ਨਾਲ ਅਸੀਂ ਜੀ ਰਹੇ ਹਾਂ, ਇਹਦੇ ਨਾਲ ਸਾਡਾ ਕਿੰਨਾ ਵਨਨੈਸ ਹੈ। ਇਹਦਾ ਮਤਲਬ ਵੀ ਆਰ ਸੋ ਕਨੈਕਟਡ ਟੂ them, they are our family। ਸੋ ਸਲੋਲੀ ਜਦੋਂ ਅਸੀਂ ਦੇਖਦੇ ਹਾਂ ਬ੍ਰਹਿਮੰਡ ਦੇ ਵਿੱਚ ਜਿੰਨੀਆਂ ਚੀਜ਼ਾਂ ਨੇ, ਉਹਨਾਂ ਦੇ ਨਾਲ ਅਸੀਂ ਵੱਖਰੇ ਵੱਖਰੇ ਤਰੀਕੇ ਨਾਲ ਕਿਵੇਂ ਜੁੜੇ ਹੋਏ ਹਾਂ, ਫਿਰ ਸਾਨੂੰ ਵਨਨੈਸ ਦਾ ਫੀਲਿੰਗ ਆਉਂਦਾ ਹੈ, ਨਹੀਂ ਤੇ ਨਹੀਂ ਆਉਂਦਾ। ਸੋ that way now this is connected with ਵਨਸਪਤੀ। ਪਵਨ ਦਾ ਜਿਹੜਾ ਲਾਈਫ ਦੇ ਵਿੱਚ ਹਿੱਸਾ ਹੈ ਉਹ ਬਹੁਤ ਵੱਡਾ ਹੈ ਜੇ ਅਸੀਂ ਕੌਨਸ਼ੀਅਸ ਹੋਈਏ ਤੇ। ਪਵਨ ਨੂੰ ਜੇ ਅਸੀਂ ਯੂਜ਼ ਕਰੀਏ, ਪ੍ਰਾਣਾ ਨੂੰ ਯੂਜ਼ ਕਰੀਏ, ਕੌਨਸ਼ੀਅਸਨੈਸ ਨੂੰ ਅੱਗੇ ਲਿਜਾਣ ਵਾਸਤੇ, ਦਿਸ ਇਜ਼ ਦਾ ਹਾਈਐਸਟ ਸੋਰਸ। ਜਿਹੜੇ ਸਾਇੰਟੀਫਿਕਲੀ ਸੈਂਟਰਸ ਹੈਗੇ ਨੇ એનર્ਜੀ ਦੇ, ਉਹਨਾਂ ਦੇ ਜਦੋਂ ਕਨਸੈਂਟਰੇਟ ਤੁਸੀਂ ਕਰੋ ਪ੍ਰਾਣਾ ਦੇ ਨਾਲ, ਤੇ ਉਹ ਜਿਹੜੇ ਬਲੌਕ ਨੇ ਖੁੱਲਦੇ ਨੇ, ਤੁਹਾਡਾ ਗਿਆਨ ਵੱਧਦਾ ਹੈ, ਤੁਹਾਨੂੰ ਸਮਝ ਆਉਂਦੀ ਹੈ ਅਸਲੀਅਤ ਦੀ ਕਿ ਕੀ ਹੈ। ਸਭ ਤੋਂ ਵੱਡਾ ਜੇ ਅਸੀਂ ਕਨਸੈਂਟਰੇਟ ਕਰਕੇ ਵੀ ਮਹਿਸੂਸ ਕੀਤਾ ਹੋਵੇ ਕਿ ਸਭ ਤੋਂ ਵੱਡਾ ਸ਼ਾਂਤੀ ਦਾ ਜਿਹੜਾ ਸੋਰਸ ਹੈ ਉਹ ਪਵਨ। ਤੁਸੀਂ ਆਪ ਟਰਾਈ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਸਿਮਰਨ ਵਾਸਤੇ ਬੈਠਦੇ ਹੋ
ਮੈਡੀਟੇਸ਼ਨ ਵਾਸਤੇ ਬੈਠਦੇ ਹੋ ਜਾਂ ਪਾਠ ਵਾਸਤੇ ਬੈਠਦੇ ਹੋ, ਜੇ ਤੁਹਾਡਾ ਸਵਾਸ ਜਿਹੜਾ ਹੈ ਉਹ ਬੈਲੈਂਸ ਹੈ, ਉਹ ਠੀਕ ਆ ਰਿਹਾ, ਤੁਸੀਂ ਸ਼ਾਂਤੀ ਵਿੱਚ ਹੋ, ਤੇ ਤੁਹਾਨੂੰ ਸਭ ਕੁਝ ਸਮਝ ਆਏਗੀ, ਤੁਸੀਂ ਗੇਨ ਕਰੋਗੇ। ਜੇ ਅਸੀਂ ਉਹਦੇ ਬਾਰੇ ਕੌਨਸ਼ੀਅਸ ਨਹੀਂ, ਸਾਹ ਜਿਹੜਾ ਹੈ ਉਹ ਤੇਜ਼ ਚੱਲ ਰਿਹਾ ਹੈ, ਜਿਸ ਤਰ੍ਹਾਂ ਚੱਲ ਰਿਹਾ ਇਰੈਗੂਲਰ ਚੱਲ ਰਿਹਾ ਹੈ, ਅਸੀਂ ਕੌਨਸ਼ੀਅਸ ਨਹੀਂ ਉਹਦੇ ਬਾਰੇ, ਅਸੀਂ ਕੁਝ ਵੀ ਗੇਨ ਨਹੀਂ ਕਰਾਂਗੇ। ਵੈਸੇ ਵੀ ਜੇ ਅਸੀਂ ਬਹੁਤ ਅਸ਼ਾਂਤ ਹੋਈਏ, if we are very conscious, we have this, ਸਾਨੂੰ ਇਹ ਤਰੀਕਾ ਆਂਦਾ ਹੈ ਕਿ ਥੋੜੀ ਦੇਰ ਆਰਾਮ ਨਾਲ ਬੈਠ ਕੇ ਆਪਣੇ ਸਾਹ ਵੱਲ ਦੇਖੀਏ। ਸਾਹ ਵੱਲ ਤੁਸੀਂ ਜਦੋਂ ਥੋੜੀ ਦੇਰ ਕਨਸੈਂਟਰੇਟ ਕਰੋ ਤਾਂ ਤੁਹਾਡਾ ਜਿਹੜਾ ਇਰੈਗੂਲਰ ਸਾਹ ਹੈ, ਜਿਹੜਾ ਤੁਹਾਨੂੰ ਡਿਸਟਰਬ ਕਰ ਰਿਹਾ, ਉਹ ਰੈਗੂਲਰ ਹੋ ਜਾਂਦਾ ਔਰ ਤੁਸੀਂ ਸ਼ਾਂਤ ਹੋ ਜਾਂਦੇ। ਉਹਨਾਂ ਨੇ ਤੇ ਕਿਹਾ ਬਈ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹਰ ਦਮ ਜਿਹੜਾ ਇਹ ਕੀ ਹੈ, ਪੁਰਾਣਾ। ਸੋ ਜੇ ਅਸੀਂ ਇਹ ਯਾਦ ਰੱਖੀਏ ਕਿ ਇਹ ਜਿਹੜਾ ਸਾਰਾ ਜਿਹੜਾ ਸਾਹ ਹੈ ਇਹ ਉਹੀ ਦੇ ਰਿਹਾ, ਜੇ 1 ਮਿੰਟ ਵੀ ਸਾਹ ਨਹੀਂ ਦੇਵੇ ਤੇ ਵੀ ਆਰ ਨੋ ਮੋਰ। ਸੋ ਪ੍ਰਾਣਾ ਦੇ ਸਾਨੂੰ ਸਭ ਨੂੰ ਪਤਾ ਹੀ ਲਾਭ ਕੀ ਨੇ, ਪਰ ਐਨੀਵੇ ਆਈ ਐਮ ਰਿਪੀਟਿੰਗ। ਅੱਗੇ ਆਂਦਾ ਮਨੋਮਈ ਕੋਸ਼, ਮਨ। ਐਕਚੁਅਲੀ ਮਨ, ਅਸੀਂ ਮਨ ਹੀ ਆ, ਸਾਡਾ ਸਾਰਾ ਜੀਵਨ ਮਨ ਹੀ ਹੈ, ਅਸੀਂ ਤੇ ਮਨ ਕੋਈ ਵੱਖਰੇ ਨਹੀਂ। ਲੇਕਿਨ ਕੀ ਹੈ, ਕਿਉਂ ਅਸੀਂ ਮਨ ਨੂੰ, ਮਨ ਕਹਿੰਦੇ ਨੇ ਰਾਜਾ ਵੀ ਹੈ, ਮਨ ਗੁਲਾਮ ਵੀ। ਜੇ ਮਨ ਦੇ ਪਿੱਛੇ ਚੱਲੀਏ ਤੇ ਮਨ ਰਾਜਾ ਹੈ, ਤੇ ਜੇ ਅਸੀਂ ਮਨ ਨੂੰ ਕੰਟਰੋਲ ਕਰ ਲਈਏ ਤੇ ਮਨ ਸਾਡਾ ਸਲੇਵ ਹੈ। ਲੇਕਿਨ ਇੰਨਾ ਸੌਖਾ ਹੈ ਨਹੀਂ, ਬਹੁਤ ਮੁਸ਼ਕਿਲ ਹੈ। ਜੇ ਮਨ, ਜਿੱਦਣ ਮਨ ਕੰਟਰੋਲ ਹੋ ਗਿਆ, ਜਿੱਦਣ ਮਨ ਦੇ ਵਿਚਾਰ ਖਤਮ ਹੋ ਗਏ, ਬੁੱਧੀ ਵਿਵੇਕ ਹੋ ਗਈ, ਉਸ ਦਿਨ ਤਾਂ ਸਾਰਾ ਖੇਲ ਹੀ ਜਿਹੜਾ ਖੇਲਿਆ ਗਿਆ। ਸੋ ਮਨ ਜਿਹੜਾ ਹੈ, ਇਹਦੇ ਉੱਤੇ ਬੜੀ ਵੱਡੀ ਇਹਦੇ ਅੱਗੇ ਦੀਵਾਰ ਬਣੀ ਹੋਈ ਹੈ ਵਿਚਾਰਾਂ ਦੀ। ਮਨ ਤੇ ਥਾਟਸ ਦਾ ਹੀ ਜਿਹੜਾ ਹੈਗਾ ਭੰਡਾਰ ਹੈ, ਹੋਰ ਕੁਝ ਹੈ ਹੀ ਨਹੀਂ। ਮਨ ਕੋਈ ਐਸੀ ਚੀਜ਼ ਤੇ ਹੈ ਹੀ ਨਹੀਂ ਕਿ ਜਿਹੜੀ ਕੋਈ ਫਿਜ਼ੀਕਲ ਹੈ। ਮਨ ਵਿਚਾਰਾਂ ਦਾ ਭੰਡਾਰ ਹੈ। ਹੁਣ ਇਹਦੇ ਤੇ ਜਿਹੜੇ ਵਿਚਾਰ ਨੇ, ਜਿਹੜੀ ਦੀਵਾਰ ਇਹਦੇ ਅੱਗੇ, ਜਿਹਨੂੰ ਅਸੀਂ ਕਹਿੰਦੇ ਆ ਕਿ ਕਿਵ ਸਚਿਆਰਾਂ ਹੋਈਏ ਕਿ ਕੂੜੇ ਸੁੱਟੇ ਪਾਲ, ਇਹ ਜਿਹੜੀ ਦੀਵਾਰ ਹੈ ਇਹਨਾਂ ਵਿਚਾਰਾਂ ਦੀ, ਜਿਹੜੀ ਕੂੜ ਦੀ ਦੀਵਾਰ ਹੈ, ਉਹ ਕਿਸ ਤਰ੍ਹਾਂ ਬਣੀ ਹੋਈ ਹੈ? ਉਹ ਸਾਡੇ ਪੁਰਾਣੇ ਸੰਸਕਾਰਾਂ ਦੀ। ਉਹ ਇੱਕ ਦਿਨ ਅਸੀਂ ਕੀਤਾ ਸੀ ਕਿ ਸਾਡਾ ਕੌਨਸ਼ੀਅਸ ਮਾਈਂਡ ਜਿਹੜਾ ਸਿਰਫ 10% ਹੈ, 40% ਸਾਡਾ ਸਬਕੌਨਸ਼ੀਅਸ ਮਾਈਂਡ ਹੈ ਔਰ 50% ਸਾਡਾ ਅਨਕੌਨਸ਼ੀਅਸ ਮਾਈਂਡ ਹੈ। ਹੁਣ ਤੁਸੀਂ ਦੇਖ ਲਓ ਕਿ ਕੌਨਸ਼ੀਅਸ ਮਾਈਂਡ ਜਿਹਦੇ ਨਾਲ ਅਸੀਂ ਸਾਰਾ ਜੀਵਨ ਜੀ ਰਹੇ ਹਾਂ, ਉਹ ਤੇ ਸਿਰਫ 10% ਹੈ। ਤੇ 40% ਜਿਹੜਾ ਉਹ ਛੁਪਿਆ ਹੋਇਆ, ਉਹ ਛੁਪਿਆ ਹੋਇਆ ਉਹਨਾਂ ਵਿਚਾਰਾਂ ਦੇ ਨਾਲ ਹੈ ਜਿਹੜੇ ਕਿ ਅਸੀਂ ਕਈ ਜਨਮਾਂ ਤੋਂ ਇਕੱਠੇ ਕੀਤੇ ਹੋਏ ਨੇ, ਕੁਝ ਇਸ ਜਨਮ ਤੋਂ ਇਕੱਠੇ ਕੀਤੇ ਨੇ। ਉਹ ਸਾਰਾ ਭਰਿਆ ਹੋਇਆ ਵਿਚਾਰਾਂ ਦੇ ਨਾਲ। ਉਹ ਵਿਚਾਰ ਕਿਸ ਤਰ੍ਹਾਂ ਦੇ ਨੇ? ਜਿਸ ਤਰ੍ਹਾਂ ਦੀ ਅਸੀਂ ਲਾਈਫ ਜੀਏ, ਉਹ ਅੱਛੇ ਵੀ ਨੇ, ਮਾੜੇ ਵੀ ਨੇ। ਉਹਨਾਂ ਵਿਚਾਰਾਂ ਨੂੰ ਅਸੀਂ ਵੇਖ ਨਹੀਂ ਪਾਉਂਦੇ, ਕਿਉਂਕਿ ਕੌਨਸ਼ੀਅਸ ਮਾਈਂਡ ਤੇ 10% ਹੈ। ਵੇਖ ਕਿਸ ਤਰ੍ਹਾਂ ਪਾਈਏ? ਅਸੀਂ 10% ਦੇਖ ਪਾਵਾਂਗੇ, ਬਾਕੀ ਤੇ ਅਸੀਂ ਨਹੀਂ ਦੇਖ ਪਾਉਂਦੇ। ਉਹਦੇ ਵਾਸਤੇ ਜਿਸ ਤਰ੍ਹਾਂ ਦਾ ਅਸੀਂ ਫੀਡ ਦਿਆਂਗੇ ਮਨ ਨੂੰ, ਉਸ ਤਰ੍ਹਾਂ ਦਾ ਮਨ ਦਾ ਲੈਵਲ ਜਿਹੜਾ ਹੋ ਜਾਏ, ਉਸ ਤਰ੍ਹਾਂ ਸਾਡਾ ਕੌਨਸ਼ੀਅਸਨੈਸ ਦਾ ਡਿਵੈਲਪਮੈਂਟ ਹੋਏਗਾ। ਸੋ ਇਸ ਤਰ੍ਹਾਂ ਦੀ ਫੀਡ ਦਿੱਤੀ ਜਾਵੇ। ਬਾਣੀ ਜਿਹੜੀ ਸਾਰੀ ਹੈ ਉਹ ਫੀਡ, ਲੇਕਿਨ ਮਨ ਇੰਨਾ ਵੀ ਇੰਟੈਲੀਜੈਂਟ ਨਹੀਂ ਹੈਗਾ ਕਿ ਅਸੀਂ ਪੜ੍ਹੀਏ ਇੱਕਦਮ ਮਨ ਨੂੰ ਸਮਝ ਆ ਜਾਏ, ਮਨ ਲਾਗੂ ਕਰ ਲੈ, ਪਿਛਲੇ ਵਿਚਾਰਾਂ ਵਿੱਚੋਂ ਨਿਕਲ ਜਾਵੇ, ਅਗਲੇ ਵਿਚਾਰ ਫਾਲੋ ਕਰ ਲੈ। ਮਨ ਅਜੇ ਬਚਪਨ ਸਟੇਜ ਤੇ ਹੈ। ਮਨ ਨੂੰ ਮੈਚਿਓਰ ਹੋਣ ਵਾਸਤੇ, ਗਰੋ ਕਰਨ ਵਾਸਤੇ ਟਾਈਮ ਲੱਗਦਾ। ਉਸ ਟਾਈਮ ਵਿੱਚ ਮਨ ਨੂੰ ਕਿਸ ਤਰ੍ਹਾਂ ਦੀ ਖੁਰਾਕ ਚਾਹੀਦੀ? ਉਹ ਖੁਰਾਕ ਜਿਹੜੀ ਕਿ
ਮਨ ਨੂੰ ਪਤਾ ਨਹੀਂ ਮੈਨੂੰ ਕਿਹੜੀ ਖੁਰਾਕ ਸੂਟ ਕਰਦੀ ਹੈ, ਔਰ ਕਿਹੜੀ ਖੁਰਾਕ ਜਿਹੜੀ ਮੈਂ ਪਹਿਲਾਂ ਖਾਧੀ ਹੋਈ ਉਹ ਮੈਂ ਹੁਣ ਨਹੀਂ ਖਾਣੀ। ਉਹ ਜਿਹੜੀ ਹੈ ਉਹ ਸਾਰਾ ਗਿਆਨ ਹੈ, ਜਿਹਨੂੰ ਕਿ ਅਸੀਂ ਕਈਆਂ ਤਰੀਕਿਆਂ ਨਾਲ ਐਕਸਪ੍ਰੈਸ ਕਰ ਰਹੇ ਹਾਂ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਇਹ ਤੇ ਇੱਕ ਮਤਲਬ ਹੋਲਸੇਲ ਸਟੇਟਮੈਂਟ ਹੈ ਨਾ। ਹੁਣ ਮਨ ਤੇ ਇਹਨੂੰ ਨਹੀਂ ਸਮਝਦਾ ਕਿ ਮੈਂ ਜੋ ਸਰੂਪ ਆ ਮੈਂ ਆਪਣਾ ਮੂਲ ਪਛਾਣਾ। ਤੁਸੀਂ ਕਹਿ ਵੀ ਦਿਓ ਮਨ ਨੂੰ, ਪਰ ਮਨ ਨੂੰ ਤਾਂ ਉਹ ਮੈਟਰ ਹੀ ਨਹੀਂ ਮਿਲਿਆ, ਉਹ ਗਿਆਨ ਹੀ ਨਹੀਂ ਮਿਲਿਆ, ਜੋਤ ਦਾ ਗਿਆਨ ਹੀ ਨਹੀਂ ਮਿਲਿਆ। ਅਗਿਆਨ ਨੂੰ ਵਾਸ਼ ਕਰਨ ਦਾ ਅਜੇ ਉਹਨੂੰ ਮਤਲਬ ਅਸੀਂ ਮਟੀਰੀਅਲ ਹੀ ਨਹੀਂ ਦਿੱਤਾ। ਸੋ ਉਹਦੇ ਵਾਸਤੇ ਕੀ ਹੈ, ਫਿਰ ਅੱਗੇ ਆਂਦਾ ਹੈ ਇਹ ਮਨੋਮਈ ਕੋਸ਼। ਮੈਂ ਤੁਹਾਨੂੰ ਦੱਸਿਆ ਮਨੋਮਈ ਕੋਸ਼, ਦਿਸ ਇਜ਼ ਮਨੋਮਈ ਕੋਸ਼। ਨੈਕਸਟ ਇਜ਼ ਗਿਆਨਮਈ ਕੋਸ਼। ਸੋ ਇਹ ਗਿਆਨਮਈ ਕੋਸ਼ ਜਿਹੜਾ ਹੈ, ਦਿਸ ਇਜ਼ ਮੋਸਟ ਇੰਪੋਰਟੈਂਟ। ਐਕਚੁਅਲੀ ਸਾਡੀ ਸਾਰੀ ਜਿਹੜੀ ਸਾਧਨਾ ਹੈ ਉਹ ਗਿਆਨਮਈ ਕੋਸ਼ ਤੇ ਇਸ ਕਰਕੇ ਹੈ ਕਿ ਜਿਸ ਤਰ੍ਹਾਂ ਦਾ ਮਟੀਰੀਅਲ ਅਸੀਂ ਮਨ ਨੂੰ ਦਿਆਂਗੇ, ਜਿਸ ਤਰ੍ਹਾਂ ਦੇ ਹਾਲਾਤ ਦਿਆਂਗੇ, ਮਨ ਉਸ ਤਰ੍ਹਾਂ ਟ੍ਰੇਨਡ ਹੋ ਜਾ, ਕਿਉਂਕਿ ਮਨ ਇਜ਼ ਵੈਰੀ ਅਨਟ੍ਰੇਨਡ। ਅਸੀਂ ਪਿਛਲੀ ਵਾਰ ਕੀਤਾ ਸੀ ਨਾ ਕਿ ਮਨ ਜਿਹੜਾ ਹੈ ਅਗਿਆਨੀ। ਅਗਿਆਨੀ ਕੀ ਹੈ, ਮਨ ਨੂੰ ਨੌਲੇਜ ਨਹੀਂ ਹੈਗਾ, ਕਿਉਂਕਿ ਕਈਆਂ ਜਨਮਾਂ ਤੋਂ ਪਤਾ ਨਹੀਂ ਕਿਸ ਤਰ੍ਹਾਂ ਦੇ ਹਾਲਾਤ ਵਿੱਚੋਂ ਗੁਜ਼ਰ ਕੇ ਆਇਆ ਹੈ, ਤੇ ਉਹਦੇ ਉਹ ਯਾਦਾਂ ਸਾਰੀਆਂ ਮਨ ਕੋਲ। ਅਕਸਰ ਇੱਥੇ ਕਹਿੰਦੇ ਆ ਕਿ ਅਸੀਂ ਜਦੋਂ ਬੈਠਨੇ ਆ ਤੇ ਵਿਚਾਰ ਬੜੇ ਆਉਂਦੇ ਨੇ। ਐਕਚੁਅਲੀ ਵਿਚਾਰ ਉਦੋਂ ਨਹੀਂ ਆਉਂਦੇ, ਵਿਚਾਰ ਤੇ ਪਹਿਲਾਂ ਆ ਹੀ ਰਹੇ ਸੀ, ਪਰ ਕਿਉਂਕਿ ਸਾਨੂੰ ਲਾਈਫ ਦੇ ਵਿੱਚ, ਆਮ ਲਾਈਫ ਦੇ ਵਿੱਚ ਇੰਨੀ ਜ਼ਿਆਦਾ ਆਦਤ ਹੈ ਵਿਚਾਰਾਂ ਦੇ ਨਾਲ ਜੀਣ ਦੀ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਵਿਚਾਰ ਆ ਰਹੇ ਨੇ। ਉਸ ਵੇਲੇ ਅਸੀਂ ਕਦੀ ਨਹੀਂ ਦੇਖਦੇ ਵਿਚਾਰ ਆ ਰਹੇ। ਸੋ ਹੁਣ ਜੇ ਅਸੀਂ ਕਹੀਏ ਕਿ ਹੁਣ ਜਦੋਂ ਅਸੀਂ ਬੈਠੇ ਹਾਂ ਵਿਚਾਰ ਬੰਦ ਹੋ ਜਾਣ, ਇਹ ਤੇ ਬਿਲਕੁਲ ਪੋਸੀਬਲ ਹੈ ਹੀ ਨਹੀਂ। ਵਿਚਾਰ ਬੰਦ ਹੋਣੇ ਜਿਹੜਾ ਹੈ ਉਹ ਲਾਸਟ ਸਟੇਜ ਹੈ। ਜਿਹਦੇ ਵਿਚਾਰ ਬੰਦ ਹੋ ਗਿਆ ਉਦੋਂ ਤੇ ਕੁਝ ਹੋਰ ਬਾਕੀ ਰਹਿ ਹੀ ਨਹੀਂ ਜਾਣਾ। You are on the higher state of consciousness. ਸੋ ਮਨ ਨੂੰ ਹੁਣ ਕਿਸ ਤਰ੍ਹਾਂ ਦਾ ਗਿਆਨ ਦਿੱਤਾ ਜਾਵੇ ਕਿ ਮਨ ਨੂੰ ਇਹ ਪਤਾ ਲੱਗੇ ਕਿ ਜਿਹੜਾ ਮੇਰਾ ਪਹਿਲਾ ਗਿਆਨ ਹੈ, ਜਿਹੜਾ ਸਬਕੌਂਸ਼ੀਅਸ ਪਿਆ ਹੈ, ਜਦੋਂ ਅਸੀਂ ਨਵਾਂ ਦਿਆਂਗੇ ਤੇ ਪੁਰਾਣਾ ਗਿਆਨ ਜਿਹੜਾ ਉਹ ਆਪਣੇ ਆਪ ਖਤਮ ਹੁੰਦਾ ਜਾਏ। ਸੋ ਇੱਕ ਤੇ ਹੈ ਕਿ ਥੋੜਾ ਜਿਹਾ ਫਿਰ ਸਾਨੂੰ ਮਨ ਨੂੰ ਇਹ ਸਮਝਾਉਣਾ ਪਵੇਗਾ ਕਿ ਜ਼ਿਆਦਾ ਮਤਲਬ ਲਿਮਿਟਡ ਨਹੀਂ ਰਹਿਣਾ। ਯੂ ਹੈਵ ਟੂ ਓਪਨ। ਮੇਰਾ ਖਿਆਲ ਹੈ ਗੁਰੂ ਗੋਬਿੰਦ ਸਿੰਘ ਜੀ ਕਿਹਦੇ ਚ ਲਿਖਿਆ ਹੈਗਾ, ਜਾਪ ਸਾਹਿਬ ਵਿੱਚ ਹੈ, ਅਕਰਮ ਹੈ ਅਧਰਮ ਹੈ। ਜਾਪ ਸਾਹਿਬ ਵਿੱਚ ਮੈਨੂੰ ਜ਼ਿਆਦਾ ਨਹੀਂ ਆਉਂਦਾ, ਡੋਲੀ ਜੀ ਨੂੰ ਆਉਂਦਾ। ਸੋ ਉਹਨਾਂ ਨੇ ਕਿ ਜੇ ਉਹ ਕਹਿੰਦੇ ਨੇ ਉਹਦਾ ਤੇ ਕੋਈ ਧਰਮ ਹੀ ਨਹੀਂ ਔਰ ਉਹਦਾ ਕੋਈ ਕਰਮ ਹੀ ਨਹੀਂ। ਉਹ ਕਹਿੰਦਾ ਮੈਂ ਤੇ ਕਰਤਾ ਵੀ ਨਹੀਂ, ਇਹ ਮੇਰਾ ਕੋਈ ਧਰਮ ਵੀ ਨਹੀਂ। ਸੋ ਧਰਮ ਤੋਂ ਇੱਥੇ ਮੇਰਾ ਮਤਲਬ ਕਿ ਅਸੀਂ ਛੋਟੀਆਂ ਛੋਟੇ ਚੀਜ਼ਾਂ ਜਿਹੜੀਆਂ ਨੇ ਲਿਮਿਟਿਡ ਨੇ ਉਹਨਾਂ ਨੂੰ ਨਾ ਸੋਚੀਏ ਵੱਡੀਆਂ ਵੱਡੀਆਂ। ਜਿਸ ਤਰ੍ਹਾਂ ਕਈ ਵਾਰੀ ਸਾਡਾ ਧਿਆਨ ਜਾਂਦਾ ਹੈ ਕਿ ਵੀ ਸਾਡਾ ਧਰਮ ਤੇ ਬੜਾ ਚੰਗਾ ਹੈਗਾ, ਦੇਖੋ ਹਿੰਦੂ ਧਰਮ ਵਿੱਚ ਕਿੰਨੇ ਨੁਕਸ ਹੈਗੇ ਨੇ। ਇਹ ਜਿਹੜਾ ਧਿਆਨ ਬਿਲਕੁਲ ਨਹੀਂ ਜਾਣਾ ਚਾਹੀਦਾ, ਕਿਉਂਕਿ ਐਕਚੁਅਲੀ ਬੇਸਿਕਲੀ ਸਾਰੇ ਧਰਮ ਓਰੀਜਨਲੀ ਜਿਹੜੇ ਨੇ ਸਾਰੇ ਧਰਮ ਹੀ ਠੀਕ ਹੈਗੇ, ਸਾਰੇ ਧਰਮਾਂ ਸੱਚ ਹੈ। ਹੌਲੀ ਹੌਲੀ ਜਿਉਂ-ਜਿਉਂ ਟਾਈਮ ਨਿਕਲਦਾ ਹੈ ਇਨਸਾਨ ਆਪਣੀਆਂ ਜ਼ਰੂਰਤਾਂ ਮੁਤਾਬਿਕ ਉਸ ਧਰਮ ਨੂੰ ਢਾਲਣਾ ਸ਼ੁਰੂ ਕਰ ਦਿੰਦਾ। ਔਰ ਹਿੰਦੂ ਧਰਮ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਬ੍ਰਾਹਮਣ ਕਲਾਸ ਸੀ ਉਹਨਾਂ ਨੇ ਇਹ ਸੰਸਕ੍ਰਿਤ ਹੋਣ ਕਰਕੇ ਲੋਕਾਂ ਨੂੰ ਇੰਨੀ ਸਮਝ ਨਹੀਂ ਸੀ ਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਦੂਸਰੇ ਪਾਸੇ। ਪਰ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਦੂਸਰੇ ਧਰਮਾਂ ਨੂੰ ਕਿਸੇ ਨੂੰ ਰਿਜੈਕਟ ਨਹੀਂ ਕਰਨਾ, ਕਿਉਂਕਿ ਬੇਸਿਕਲੀ ਸਾਰੇ ਧਰਮ ਜਿਹੜੇ ਹੈਗੇ ਨੇ ਉਹ ਸੱਚ ਤੇ ਟਿਕੇ ਹੋਏ ਨੇ। ਹੁਣ ਅਸੀਂ ਦੇਖਦੇ ਹਾਂ ਕਿ ਸਿੱਖ ਧਰਮ ਅਜੇ ਇੰਨਾ ਨਵਾਂ ਧਰਮ ਹੈ ਔਰ ਗੁਰੂ ਨਾਨਕ ਦੇਵ ਜੀ ਨੇ ਇੰਨੀਆਂ ਮਤਲਬ ਰਿਫੋਰਮਸ ਕੀਤੀਆਂ ਔਰ ਇੰਨੀ ਮਿਹਨਤ ਕੀਤੀ ਤੇ ਸਿੱਖ ਧਰਮ ਵਿੱਚ ਵੀ ਕਾਫੀ ਮਤਲਬ ਉਣਤਾਈਆਂ ਆ ਰਹੀਆਂ ਨੇ, ਕਿਉਂਕਿ ਸੁਸਾਇਟੀ ਉਹਨਾਂ ਨੂੰ ਆਪਣੇ ਤਰੀਕੇ ਨਾਲ ਢਾਲ ਲੈਂਗੇ ਜਿਸ ਤਰ੍ਹਾਂ ਉਹਨੂੰ ਆਸਾਨੀ ਹੁੰਦੀ ਹੈ। ਸੋ ਅਸੀਂ ਉਸ ਪਾਸੇ ਨਾ ਜਾ ਕੇ ਅਸੀਂ ਕਿਸੇ ਵੀ ਧਰਮ ਨੂੰ ਰਿਜੈਕਟ ਨਹੀਂ ਕਰਨਾ। ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹੜਾ ਸਾਡਾ ਟੌਪਿਕ ਐਕਚੁਅਲੀ ਸਾਡਾ ਟੌਪਿਕ ਹੈ ਕਿ ਮੈਂ ਕਰਤਾ ਨਹੀਂ।
मैं करता नहीं, तू सब कुछ करन वाला हैगा है, कि ये तू करता करना मैं नहीं, जाहू करी ना होए। मतलब मैं कुछ नहीं करन वाला, जो सब कुछ है तेरे तो ही हो रहा। अकेले बड़ा सौखा है बोलना, लेकिन ये छोटा जिहा जेड़ा सेंटेंस है, इनू अगर लाइफ दे विच साडी विच आ जावे ते दिस इज द ओनली वे कि जेड़ा साडा सब तो वड्डा रुकावट दा लीडर है हंकार, हंकार नू फिर बिल्कुल दौड़ना पैंदा। क्योंकि हंकार किस चीज है? हंकार ते वे मैं दा हंकार है। वो दिन मैं सुन रही सी जसबीर सिंह खन्ने वालियां नू, तो कह रहा सी कि किधरे कीर्तन हो रहा सी ते कोई आदमी आया, उन्हें दरवाजा खड़काया ते उन्हें क्या कौन है? कहंदा मैं। वो चुप हो गए। उन्हें फिर दरवाजा खड़काया, उन्हें क्या मैं। वो फिर चुप हो गए। फिर उन्हें दरवाजा खोलिया, उन्हें क्या मैं वास्ते इत्थे कोई जगह नहीं। सो जो असी इनू इन्नी इंपोर्टेंस ते नहीं देंदे, पर साडी सारी लाइफ जेड़ी ओ मैं ते चल रही। मैं मीन्स हंकार, मैं कीता। इस हंकार नू जेड़ा है वो की चीज तोड़ सकती है? ਜਦੋਂ ਮੈਨੂੰ ਆਪਣੇ ਹਰ ਐਕਸ਼ਨ ਵਿੱਚ ਦਿਸਣ ਲੱਗ ਜਾਏ, each and every action, each and every thought, each and every doing, ਕਿ ਕੌਣ ਹੈ ਅੰਦਰ ਬੈਠਾ ਜੋ ਕਰ ਰਿਹਾ। ਹੁਣ ਮੈਂ ਬੋਲ ਰਹੀ ਹਾਂ, ਜੇ ਮੈਂ ਕਹਾਂ ਮੈਂ ਬੋਲ ਰਹੀ ਹਾਂ, ਇਹਦਾ ਮਤਲਬ ਮੈਂ ਝੂਠ ਬੋਲ ਰਹੀ ਹਾਂ। ਜੇ ਉਹ 1 ਮਿੰਟ ਵਿੱਚ ਆਪਣੇ ਆਪ ਨੂੰ ਖਿੱਚ ਲਵੇ ਤੇ where is ਮੈਂ? there is no ਮੈਂ। ਜਿਹਨੂੰ ਮੈਂ ਕਹਿਣਾ ਮੈਂ, ਉਹ ਐਕਚੁਅਲੀ ਉਹ ਹੈ। ਸੋ ਇਹ ਜਿਹੜੀ ਪ੍ਰੈਕਟਿਸ ਹੈ ਸਾਨੂੰ ਥਿਊਰੀ ਵਿੱਚ ਆਂਦੀ ਹੈ, ਇਨਫੋਰਮੇਸ਼ਨ ਵਿੱਚ ਆਂਦੀ ਹੈ, ਨੌਲੇਜ ਵਿੱਚ ਆਂਦੀ ਹੈ, ਅੰਦਰ ਉਹ ਵਸਦੇ ਨਹੀਂ। ਇਹਨੂੰ ਵਸਣ ਤੇ ਬੜਾ ਲੰਬਾ ਟਾਈਮ ਲੱਗਦਾ। ਹੁਣ ਇੱਕ ਸੈਂਟੈਂਸ ਵਿੱਚ ਤੇ ਵਸ ਨਹੀਂ ਸਕਦੀ ਕਿ ਅਸੀਂ ਕਹੀਏ ਤੂੰ ਹੀ ਕਰ ਰਿਹਾ। then we have to be very conscious in each and everything ਕਿ ਕੌਣ ਕਰ ਰਿਹਾ। ਇਹਦੇ ਵਾਸਤੇ ਫਿਰ ਸਾਨੂੰ ਆਪਣੀ ਮੈਮਰੀ ਵਿੱਚ ਪਾਉਣਾ ਪਏਗਾ, ਘੜੀ ਮੁੜੀ ਆਪਣੇ ਆਪ ਨੂੰ ਯਾਦ ਕਰਾਉਣਾ ਪਏਗਾ ਕਿ ਕੌਣ ਕਰ ਰਿਹਾ। ਸਭ ਤੋਂ ਜਿਹੜਾ ਉੱਚਾ ਹੈ ਹੰਕਾਰ ਹੈ। ਬਾਕੀ ਸਾਰੀਆਂ ਚੀਜ਼ਾਂ ਮਿਟ ਜਾਂਦੀਆਂ ਨੇ, ਹੰਕਾਰ ਨਹੀਂ ਮਿਟਦਾ। ਸਾਡੇ ਸਾਰੇ ਜਿਹੜੇ ਮੋਹ ਨੇ, ਮਮਤਾ ਨੇ, ਗਰੀਡ ਨੇ, ਸਭ ਕੁਛ ਨੇ, ਇਹ ਸਾਰੇ ਹੰਕਾਰ ਤੇ ਟਿਕੇ ਹੋਏ ਨੇ। ਹੰਕਾਰ ਹੀ ਇਹਨਾਂ ਦਾ ਰਾਜਾ ਹੈ। ਹੰਕਾਰ ਕਿਸੇ ਵੀ ਤਰ੍ਹਾਂ ਮਿਟ ਨਹੀਂ ਸਕਦਾ, ਜਿੰਨੀ ਅਸੀਂ ਮਰਜ਼ੀ ਕੋਸ਼ਿਸ਼ ਕਰੀਏ। ਕਹਿੰਦੇ ਨੇ ਕਿ ਕਿਸੇ ਪਿੰਡ ਦੇ ਵਿੱਚ ਇੱਕ ਉਹ ਨਾ ਸਾਰੀ ਰਾਤ ਕਹਿੰਦੇ ਨੇ ਕਿ ਹਨੇਰਾ, ਇੱਕ ਮਤਲਬ ਇੱਕ ਕਹਾਣੀ ਹੈ, ਇੱਕ ਐਗਜ਼ਾਮਪਲ ਹੈ ਕਿ ਉਹ ਸਾਰੀ ਰਾਤ ਹਨੇਰਾ ਢੋਂਦੇ ਰਹਿੰਦੇ ਸੀ ਤੇ ਜਦੋਂ ਤੱਕ ਦਿਨ ਚੜ੍ਹਦਾ ਸੀ ਸੌਂ ਜਾਂਦੇ ਸੀ। ਕਹਿੰਦੇ ਸੀ ਹਨੇਰਾ ਢੋ ਦਿੱਤਾ, ਹੁਣ ਚਾਨਣ ਆ ਗਿਆ। तो एक उन्होंने मतलब नूंह आई, वो कहने लगी तुम सारे सौ जाया करो, मैं आपे सारा हनेरा ढो लांगी। तो जदों सौ गए, देयर इज नो हनेरा, देयर इज ओनली लाइट। सो जदों ये इस्टैब्लिश हो गया कि मैं करता नहीं, वो ही करता है। लेकिन हाउ टू इस्टैब्लिश दिस? यूजुअली की हुंदा है कि जो कुछ हुंदा है ਉਹਦੇ ਵਿੱਚ ਅਸੀਂ ਆਪਣੇ ਦਿਮਾਗ ਨਾਲ ਸੋਚ ਕੇ ਕਿ ਇਹ ਕਿਉਂ ਹੋਇਆ, ਜੇ ਦੁੱਖ ਹੋਇਆ ਕਿਉਂ ਹੋਇਆ, ਮੈਂ ਤੇ ਕਦੀ ਕੁਝ ਕੀਤਾ ਹੀ ਨਹੀਂ, ਕਿਉਂ ਦੁੱਖ ਹੋਇਆ। ਇਹ ਚੀਜ਼ ਜਿਹੜੀ ਸਮਝਣ ਵਾਲੀ ਹੈ ਮੇਨਲੀ, ਇਹ ਬੜੀ ਜ਼ਰੂਰੀ ਹੈ। ਇਹਦੇ ਤੇ ਸਾਰਾ ਡਿਪੈਂਡੈਂਟ ਕਰਦਾ ਹੈ ਕਰਤਾ ਭਾਵ ਔਰ ਹੰਕਾਰ। ਹੁਣ ਜਿਹੜਾ ਅਸੀਂ ਕਹਿੰਦੇ ਹਾਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹਦੇ ਵਿੱਚ ਮਤਲਬ ਸਿੱਧੀ ਇੰਸਟਰਕਸ਼ਨ ਹੈ ਕਿ ਜੋ ਕੁਛ whatever is happening he is doing, it's not just ਕਿ ਉਹਦਾ ਹੁਕਮ ਹੈ ਤਾਂ ਅਸੀਂ ਮੰਨ ਰਹੇ ਹਾਂ। ਇਹ ਉਹਦਾ ਵਰਕ ਹੈ, ਉਹ ਕਰ ਰਿਹਾ ਇਸ ਤਰ੍ਹਾਂ, ਔਰ ਇਸ ਤਰ੍ਹਾਂ ਹੀ ਹੋਣਾ ਸੀ।
ਜੋ ਹੋ ਰਿਹਾ ਕਿਉਂ ਹੋ ਰਿਹਾ ਉਹ ਤੇ ਕੁਐਸਚਨ ਨਹੀਂ ਉੱਠੇਗਾ ਜਦੋਂ ਕਿ ਸਾਨੂੰ ਇਸ ਚੀਜ਼ ਦਾ ਗਿਆਨ ਹੋ ਜਾਏਗਾ ਹਾਊ ਥਿੰਗਸ ਵਰਕ। ਮੈਨੂੰ ਤੇ ਪਤਾ ਹੀ ਨਹੀਂ ਕਿ ਮੇਰੇ ਆਪਣੇ ਕਰਮ ਕੇ ਗਤ ਮੈਂ ਕਿਆ ਜਾਣੂ, ਮੈਨੂੰ ਤੇ ਪਤਾ ਹੀ ਨਹੀਂ ਕਿ ਮੇਰੇ ਪਿਛਲੇ ਕਰਮ ਕੀ ਨੇ। ਕਰਮਾਂ ਕਰਕੇ ਮੇਰੇ ਦੁੱਖ ਨੇ, ਮੇਰੀ ਬਿਮਾਰੀ ਹੈ, ਮੇਰਾ ਲॉस ਹੈ, ਮੇਰਾ ਗੇਨ ਹੈ। ਮੇਰਾ ਗੇਨ ਵੀ ਬਹੁਤ ਹੈ, लॉस भी है, बीमारी भी है, दुख भी है। वाय ਉਹਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਇਸ ਕਰਕੇ ਨਹੀਂ ਆਉਂਦੀ ਕਿ ਮੈਂ ਆਪਣੇ ਆਪ ਤੇ ਜ਼ਿੰਮੇਵਾਰੀ ਨਹੀਂ ਲਈ, ਕਿਉਂਕਿ ਮੈਨੂੰ ਸਮਝ ਨਹੀਂ ਹੈਗੀ ਕਿ ਕਿਉਂ ਇਹ ਹੋਇਆ। ਸੋ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਜਨਮ ਲੈ ਕੇ ਐਟ ਸਰਟਨ ਪਲੇਸਿਸ ਆਨੇ ਆ, ਕਹਿੰਦੇ ਨੇ ਕਿ ਜਦੋਂ ਨਵਾਂ ਜਨਮ ਲੈਣਾ ਹੁੰਦਾ ਹੈ ਤੇ ਇੱਕ ਜਿਹੜੀ ਬਹੁਤ ਲੋ ਸੋਲ ਹੁੰਦੀ ਹੈ ਉਹ ਬੜਾ ਲੰਬਾ ਟਾਈਮ ਲੈਂਦੀ ਹੈ ਅਗਲਾ ਜਨਮ ਲੈਣ ਲਈ, ਕਿਉਂਕਿ ਉਹਨੂੰ ਇੱਕ ਇਹੋ ਜਿਹੀ ਮਾਂ ਚਾਹੀਦੀ ਹੈ ਜਿਹੜੀ ਕਿ ਬੜੀ ਈਵਲ ਮਾਂ ਹੋਵੇ, ਉੱਥੇ ਉਹ ਆਪਣੇ ਈਵਲ ਡਿਜ਼ਾਇਰ ਪੂਰੀਆਂ ਕਰ ਸਕੇ। ਇੱਕ ਜਿਹੜੀ ਬੜੀ ਉੱਚੀ ਆਤਮਾ ਹੁੰਦੀ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਸੀ, ਤੇ ਉਹਨਾਂ ਨੂੰ ਇੱਕ ਮਾਤਾ ਗੁਜਰੀ ਵਰਗੀ ਆਤਮਾ ਚਾਹੀਦੀ ਸੀ, ਤਾਂ ਹੀ ਉਹਨਾਂ ਦੇ ਬਰਥ ਹੋ ਸਕਦੇ ਸੀ। ਸੋ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਮਿਸਟੀਰੀਅਸ ਨੇ, ਇਹਨਾਂ ਦਾ ਸਾਨੂੰ ਗਿਆਨ ਨਹੀਂ ਹੁੰਦਾ। ਇਸੇ ਤਰ੍ਹਾਂ ਸਾਨੂੰ ਭੈਣ ਭਰਾ ਮਿਲੇ ਨੇ, ਮਾਂ ਬਾਪ ਮਿਲੇ ਨੇ, ਰਿਸ਼ਤੇਦਾਰ ਮਿਲੇ ਨੇ, ਆਂਢ ਗੁਆਂਢ ਮਿਲੇ ਨੇ, ਦਫ਼ਤਰ 'ਚ ਲੋਕੀ ਮਿਲੇ ਨੇ, ਉਹਨਾਂ ਨਾਲ ਸਭ ਨਾਲ ਸਾਡੇ ਰਿਲੇਸ਼ਨ ਵੱਖਰੇ ਵੱਖਰੇ ਹੁੰਦੇ ਨੇ। ਔਰ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੇ ਇਹਦੇ ਨਾਲ ਠੀਕ ਆ, ਇਹ ਕਿਉਂ ਨਹੀਂ ਮੇਰੇ ਨਾਲ ਠੀਕ। ਕਈ ਵਾਰੀ ਤੁਹਾਡੇ ਆਪਣੇ ਬੱਚੇ, ਤੁਹਾਡੇ 2-3 ਬੱਚੇ ਹੁੰਦੇ, ਉਹਨਾਂ ਚੋਂ ਕੋਈ ਬੱਚਾ ਤੇ ਬੜਾ ਤਾਬਿਆਦਾਰ ਹੈ ਔਰ ਕੋਈ ਬੱਚਾ ਬੜਾ ਹੀ ਡਿਸਓਬੀਡੀਐਂਟ ਹੈ, ਔਰ ਤੁਹਾਨੂੰ ਦੁੱਖ ਹੀ ਦੁੱਖ ਦੇਈ ਜਾਂਦਾ ਹੈ ਔਰ ਤੁਸੀਂ ਉੱਥੇ ਬਹੁਤ ਦੁੱਖ ਲੈਂਦੇ ਹੋ ਕਿ ਦੇਖੋ ਮੇਰਾ ਬੱਚਾ ਹੈ, ਮੈਂ ਤੇ ਇੰਨੀ ਮਿਹਨਤ ਕੀਤੀ, ਮੈਂ ਹੁਣ ਦੇਖੋ ਮੈਨੂੰ ਮਤਲਬ ਇਹ ਦੁੱਖ ਦੇ ਰਿਹਾ। ਲੇਕਿਨ ਹੌਲੀ ਹੌਲੀ ਜਦੋਂ ਉਹ ਸਮਝ ਆ ਜਾਂਦੀ ਹੈ, ਜਦੋਂ ਕਿ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਉ ਕਰੀ ਨਾ ਹੋਈ, ਕਰਤਾ ਤੇ ਤੂੰ ਹੀ ਹੈ, ਕਰ ਤੇ ਤੂੰ ਹੀ ਰਿਹਾ। ਇਹਦਾ ਤੇ ਕੋਈ ਮਤਲਬ ਹੈ ਜੋ ਮੈਨੂੰ ਇਹਨਾਂ ਗਰੁੱਪਸ ਵਿੱਚ ਭੇਜਿਆ, ਇਹਨਾਂ ਨੂੰ ਪੀਅਰ ਗਰੁੱਪਸ ਕਹਿੰਦੇ ਨੇ, ਕਿ ਇਹਨਾਂ ਗਰੁੱਪਸ ਵਿੱਚ ਭੇਜਿਆ ਤਾਂ ਕਿ ਮੈਂ ਪਿਛਲੇ ਕਰਮ ਜਿਹੜੇ ਨੇ ਉਹਨਾਂ ਨੂੰ ਵਾਸ਼ ਕਰ ਸਕਾਂ ਔਰ ਅੱਗੋਂ ਕਰਮ ਜਿਹੜੇ ਨੇ ਅੱਛੇ ਬਣਾ ਸਕਾਂ। ਲੇਕਿਨ ਇਹ ਬੜਾ ਮੁਸ਼ਕਿਲ ਕੰਮ। ਇੱਥੇ ਸਾਡੇ ਜਿਹੜੇ ਰਿਲੇਸ਼ਨਸ ਨੇ, ਸੱਸ ਨੂੰਹ ਦੇ, ਹੋਰ ਇਸ ਤਰ੍ਹਾਂ ਦੇ ਜਿਹੜੇ ਰਿਲੇਸ਼ਨ ਨੇ, ਉਹਨਾਂ ਦੇ ਨਾਲ ਸਾਨੂੰ ਜਦੋਂ ਡੀਲ ਕਰਨਾ ਪੈਂਦਾ ਹੈ, we justify ourselves ਕਿ ਨਹੀਂ ਇਹ ਮੇਰੇ ਨਾਲ ਗਲਤ ਹੈ, ਮੈਂ ਇਹਦੇ ਨਾਲ ਗਲਤ ਹੀ ਹੋਵਾਂਗਾ। ਕਿਉਂਕਿ ਇਹ ਸਭ ਤੋਂ ਮੁਸ਼ਕਿਲ ਕੰਮ ਹੈ। ਕਹਿਣਾ ਬੜਾ ਸੌਖਾ ਹੈ, ਮੈਂ ਵੀ ਕਹਿ ਦਿਆਂ ਬੜਾ ਸੌਖਾ ਹੈ, ਬਟ ਇਹ ਬੜਾ ਮੁਸ਼ਕਿਲ ਕੰਮ। ਇੱਥੇ ਆ ਕੇ ਇਹ ਜਿਹੜਾ ਗਿਆਨ ਹੈ ਇਹ ਕੰਮ ਆਉਂਦਾ ਹੈ। ਇਹ ਗਿਆਨ ਜਿਹੜਾ ਹੈ ਮਤਲਬ ਕਿੰਨੀ ਸ਼ਕਤੀ ਇਹਦੇ ਵਿੱਚ ਹੈ। It can only be experienced. ਤੁਸੀਂ ਇਹਨੂੰ logically explain ਨਹੀਂ ਕਰ ਸਕਦੇ, you can only experience. ਅਗਲੇ ਦਿਨ ਕਿਸੇ ਨੇ ਕਿਹਾ ਸੀ, ਮੇਰਾ ਹਲ ਸਰਤਾਜ ਜੀ ਨੇ ਕਿਹਾ ਸੀ ਕਿ ਬਈ ਜੇ ਕੋਈ ਇਸ ਤਰ੍ਹਾਂ ਕਰੇ ਤੇ ਕਿੰਨਾ ਮੁਸ਼ਕਿਲ ਹੁੰਦਾ ਬਰਦਾਸ਼ਤ ਕਰਨਾ। This is very true. In our ordinary life, we can't, ਅਸੀਂ ਨਹੀਂ ਐਡਜਸਟ ਕਰ ਸਕਦੇ, and these are our major problem ਜਿਹੜੇ ਲਾਈਫ ਦੇ ਵਿੱਚ ਅਸੀਂ ਦੁਖੀ ਹੁੰਦੇ ਹਾਂ। ਲੇਕਿਨ ਕੀ ਸ਼ਕਤੀ ਹੈ, ਕੀ ਮੈਜਿਕ ਹੈ ਇਸ ਸਮਝ ਦੇ ਵਿੱਚ, ਇਸ ਬਾਣੀ ਦੇ ਵਿੱਚ, ਬਾਣੀ ਦੀ ਸਮਝ ਦੇ ਵਿੱਚ, ਬਾਣੀ ਸਿਰਫ ਨਹੀਂ, ਬਾਣੀ ਦੀ ਸਮਝ ਦੇ ਵਿੱਚ, ਕਿ ਉਹ ਤੁਹਾਨੂੰ ਇੰਨਾ ਢਾਲ ਦਿੰਦੀ ਹੈ, ਇੰਨਾ ਨਿਰਮਲ ਕਰ ਦਿੰਦੀ ਹੈ, ਇੰਨਾ ਨਿਰਮਲ ਕਰ ਦਿੰਦੀ ਹੈ ਕਿ ਤੁਹਾਨੂੰ ਰਿਐਕਸ਼ਨ ਹੁੰਦਾ ਹੀ ਨਹੀਂ। ਯੂ ਡੋਂਟ ਰਿਐਕਟ ਐਟ ਆਲ ਅੰਦਰ। ਹਾਂਜੀ, ਇੱਕ ਸ਼ਬਦ ਹੁੰਦਾ ਹੈ ਜਿਸ ਤਰ੍ਹਾਂ ਦੱਦੇ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮ ਆਪਣਿਆ, ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਇਹ ਨਾਲ ਰਿਲੇਟਡ
yes, this is very true, very true. This we have to quote. ਉਹ ਆਪਣਾ ਫਰੀਦ ਦਾ ਵੀ ਸ਼ਲੋਕ ਹੈ ਨਾ ਇੱਕ, ਕੀ ਹੈ, ਹਾਂ, ਇਹ ਲੋੜੇ ਦਾਖ ਬਜੋਰੀਆ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪਾ। ਸਮਝ ਆ ਗਈ ਨਾ? ਇਹਦੀ ਕਿ ਐਕਸਪਲੇਨ ਕਰਾਂ? ਐਕਸਪਲੇਨ ਕਰੋ ਦੀਦੀ। ਹਾਂ, ਕਿ ਮਤਲਬ ਜੱਟ ਜਿਹੜਾ ਬੀਜਦਾ ਤੇ ਕਿੱਕਰ ਹੈ, ਮਤਲਬ ਕਿੱਕਰ ਮੀਨਸ ਕਿ ਬਈ ਰਫ, ਜਿਹਦਾ ਕੋਈ ਮਤਲਬ ਜਿਹਨੂੰ ਫਲ ਥੋੜੀ ਲੱਗਣਗੇ, ਤੇ ਕਹਿੰਦਾ ਹੁਣ ਇਹਨੂੰ ਦਾਖਾਂ ਲੱਗ ਜਾਣ, ਇਹਨੂੰ ਮਤਲਬ ਖਾਣ ਵਾਸਤੇ ਚੀਜ਼ ਲੱਗ ਜਾਏ। ਹੰਡੇ ਉਨ ਕਤਾਇਆਂ ਦਾ ਪੈਂਦਾ ਲੋੜੇ ਪਾਣੀ। ਪੁਰਾਣੀ ਉਨ ਨੂੰ ਕੱਤ ਰਿਹਾ, ਉਹਦੇ ਤੋਂ ਕੱਪੜਾ ਬਣਾ ਰਿਹਾ, ਲੇਕਿਨ ਕਹਿੰਦਾ ਕਿ ਮੈਂ ਪੁਰਾਣੀ ਉਨ ਕੱਟ ਰਿਹਾ, ਇਹਦਾ ਪੱਟ ਬਣ ਜਾਏ। ਇਹ ਤੇ ਨਹੀਂ ਨਾ ਹੋ ਸਕਦਾ। ਉਹੀ ਗੱਲ ਹੈ ਜਿਹੜਾ ਇੱਕ ਦੱਦਾ ਦੋਸ਼ ਨਾ ਦੋ ਕਿਸੇ, ਇੱਕੋ ਗੱਲ ਹੈ ਦੋਨਾਂ। ਸੋ ਹੁਣ ਸਾਨੂੰ ਜਦੋਂ ਸਾਨੂੰ ਇਹ ਸਮਝ ਆ ਜਾਂਦੀ ਹੈ ਨਾ, ਇਹ ਮੇਰੇ ਹੀ ਕਰਮ ਨੇ ਜਿਹੜੇ ਅੱਗੇ ਆਏ ਨੇ, ਇਹ ਮੇਰਾ ਹੀ ਬੱਚਾ ਜਿਹੜੇ ਮੈਨੂੰ ਦੁੱਖ ਦੇ ਰਿਹਾ ਹੈ, ਇਹ ਪਿਛਲੇ ਜਨਮ ਪਤਾ ਨਹੀਂ ਮੇਰਾ ਕੀ ਇਹਦਾ ਰਿਸ਼ਤਾ ਸੀ। ਸਿਮਿਲਰਲੀ ਅਸੀਂ ਜਦੋਂ ਨੌਕਰੀ ਕਰਨੇ ਆ, ਇੱਕ ਉਸ ਦਿਨ ਮੈਂ ਇੱਕ ਐਗਜ਼ਾਮਪਲ ਸੀ ਕਿ ਇੱਕ ਇੰਪਲਾਈ ਹੈ, ਉਹ ਆਪਣੇ ਬੌਸ ਨੂੰ ਕਹਿੰਦਾ ਹੈ, ਯਾਰ ਇੱਕ ਗੱਲ ਦੱਸ ਕਿ ਮੈਂ ਤੇ ਤੂੰ ਦੋਨੋਂ ਅਸੀਂ ਆਰਮੀ ਵਿੱਚ ਸਾਂ, ਅਸੀਂ ਇਕੱਠੇ ਸਾਂ, ਇੱਕੋ ਹੀ ਲੈਵਲ ਤੇ ਸਾਂ, ਤੂੰ ਮਾਲਕ ਬਣ ਗਿਆ ਹੁਣ ਤੇ ਮੈਂ ਤੇਰਾ ਨੌਕਰ ਹਾਂ, ਇਹ ਗੱਲ ਕੀ? ਅਸੀਂ ਦੋਵੇਂ ਇਕੱਠੇ। ਉਹ ਕਹਿੰਦਾ ਮੈਂ ਤੈਨੂੰ ਦੱਸਣਾ, ਇੱਕ ਦਿਨ ਅਸੀਂ ਆਪਣਾ ਬਾਰਡਰ ਤੇ ਸਾਂ, ਤੇ ਜਿੱਥੋਂ ਅਸੀਂ ਆਏ ਉੱਥੇ ਬੜੀ ਦੂਰ ਸੀ, ਮਤਲਬ ਜਿਹੜਾ ਸੀ ਜਗ੍ਹਾ ਛੱਡ ਕੇ ਆਇਆ ਜਿੱਥੇ ਅਸੀਂ ਆ ਕੇ ਸੌਣਾ ਸੀ, ਤੇ ਅਸੀਂ ਉੱਥੇ ਲਾਈਟ ਜਲਦੀ ਛੱਡ ਆਏ। ਤੇ ਮੈਂ ਤੈਨੂੰ ਕਿਹਾ ਕਿ ਅਸੀਂ ਉੱਥੇ ਲਾਈਟ ਜਲਦੀ ਛੱਡ ਆਏ ਆ, ਤੇ ਲਾਈਟ ਜਾ ਕੇ ਤੂੰ ਬੁਝਾ ਦੇ। ਤੂੰ ਕਿਹਾ ਰਹਿਣ ਦੇ, ਕਿਹੜਾ ਕੋਈ ਦੇਖ ਰਿਹਾ, ਕਿਹੜੀ ਸਾਡੇ ਘਰ ਦੀ ਬਿਜਲੀ ਹੈਗੀ। ਕਹਿੰਦਾ ਮੈਂ I couldn't tolerate that, ਮੇਰੇ ਅੰਦਰ ਇਹ ਬਰਦਾਸ਼ਤ ਨਹੀਂ ਹੋਇਆ, ਮੈਂ ਗਿਆ, ਮੈਂ ਜਾ ਕੇ ਬਿਜਲੀ ਬੁਝਾਈ। ਦਿਸ ਅ ਵੈਰੀ ਸਮਾਲ ਐਗਜ਼ਾਮਪਲ, ਮਤਲਬ ਸਾਡਾ ਮਨ ਜਿਹੜਾ ਹੈ ਉਹ ਕਿਸ ਲੈਵਲ ਤੇ ਕੰਮ ਕਰ ਰਿਹਾ। ਐਕਚੁਅਲੀ ਸਾਡੇ ਸਾਰੇ ਜਿਹੜੇ ਦੁੱਖ ਸੁੱਖ ਰਿਸ਼ਤੇ ਲਾਸ ਗੇਨ ਸਭ ਕੁਝ ਜਿਹੜਾ ਹੈ ਉਹ ਜਾਂ ਤੇ ਸਾਡਾ ਪਿਛਲਾ ਕੀਤਾ ਹੋਇਆ ਜਾਂ ਸਾਡਾ ਕੁਝ ਹੁਣ ਦਾ ਕੀਤਾ ਹੋਇਆ। ਲੇਕਿਨ ਹੁਣ ਕੀ ਹੈ ਕਿ ਉਹਨੂੰ ਬਰਦਾਸ਼ਤ ਕਰਨ ਵਾਸਤੇ ਸਾਨੂੰ ਜੇ ਇਹ ਕਨਵਿੰਸ ਹੋ ਗਿਆ ਕਿ ਜੋ ਉਹ ਕਰਦਾ ਹੈ ਉਹਦੇ 'ਚ ਕੋਈ ਗਲਤੀ ਨਹੀਂ ਹੁੰਦੀ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਇਹ ਮਤਲਬ ਆਰਡਰ ਹੋਇਆ ਸੀ ਕਿ ਯੂ ਪਲੇ ਯੂਰ ਰੋਲ ਵੈਲ। ਇਟ ਵਾਸ ਨਾਟ ਮੈਂਟ ਕਿ ਬਈ ਕਿਹੋ ਜਿਹੇ ਹਾਲਾਤ ਹੋਣਗੇ, ਮਤਲਬ ਵਾਟ ਐਵਰ ਦਾ ਸਰਕਮਸਟੈਂਸਸ ਆਰ, ਵਾਟ ਐਵਰ worst ਤੋਂ worst ਤੇ best ਤੋਂ best, you have to play your role well. So which means ਕਿ ਜੋ ਕੁਝ ਹੋ ਰਿਹਾ ਹੈ ਉਹ ਹੀ ਹੋਣਾ ਸੀ। ਕਈ ਵਾਰੀ ਸਵਾਲ ਉੱਠਦਾ, ਕਹਿੰਦੇ ਨੇ ਕਿ ਬਈ ਜੇ ਪਰਮਾਤਮਾ ਹੀ ਸਭ ਕੁਝ ਕਰ ਰਿਹਾ ਹੈ, ਸਪੈਸ਼ਲੀ ਕਹਿੰਦੇ ਨੇ ਕਿ ਬਈ ਮੈਂ ਤੇ ਰੱਬ ਵਾਲੇ ਪਾਸੇ ਲੱਗ ਨਹੀਂ ਸਕਦਾ, ਕਿਉਂਕਿ ਜਦੋਂ ਮੈਨੂੰ ਉਹਦੀ ਕਿਰਪਾ ਹੋਏਗੀ ਜਾਂ ਪ੍ਰਸ਼ਾਦ ਮਿਲੇਗਾ ਤਾਂ ਹੀ ਮੈਂ ਲੱਗਾਂਗਾ, ਮੇਰੇ ਤੇ ਕਿਰਪਾ ਨਹੀਂ ਹੋਈ। ਹੁਣ ਸਵਾਲ ਉੱਠਦਾ ਹੈ ਕਿ ਤੁਸੀਂ ਰੋਟੀ ਪਕਾਈਏ, ਪਰਮਾਤਮਾ ਨੇ ਨਹੀਂ ਕਿਹਾ ਰੋਟੀ ਖਾਓ, ਨਾ ਖਾਓ ਫਿਰ, ਲੇਕਿਨ ਤੁਹਾਨੂੰ ਭੁੱਖ ਲੱਗ ਤੁਸੀਂ ਜ਼ਰੂਰ ਖਾਂਦੇ ਹੋ। ਤੁਸੀਂ ਐਫਰਟ ਕਰੋ, ਤੁਹਾਨੂੰ ਫ੍ਰੀ ਵਿਲ ਮਿਲੀ ਹੋਈ ਹੈ, ਤੁਸੀਂ ਆਪਣੀ ਪੂਰੀ ਐਫਰਟ ਕਰੋ, ਉਸ ਤੋਂ ਬਾਅਦ ਜੋ ਰਿਜ਼ਲਟ ਆਉਂਦਾ ਉਹ ਪਰਮਾਤਮਾ ਦੀ ਮਰਜ਼ੀ। ਜਿਹੜੀ ਪੂਰੀ ਕੰਪਲੀਟ ਐਫਰਟ ਹੈ, ਕੰਪਲੀਟ ਮਿਹਨਤ ਹੈ, ਜਿੰਨੀ ਕੁ ਤੁਹਾਡੇ ਵੱਸ ਵਿੱਚ ਹੈ, ਜਿੰਨੀ ਤੁਸੀਂ ਕਰਨੀ ਹੈ, ਤੁਸੀਂ ਜੇ ਨਹੀਂ ਕਰ ਰਹੇ ਤੇ ਇਹਦਾ ਮਤਲਬ ਹੈਗਾ ਤੁਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਨਹੀਂ ਹੈ। ਕਿਉਂਕਿ ਲਿਖਿਆ ਹੋਇਆ ਨਾ ਕਿ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ। ओशो ने लिखा है कि अल्लाह ने कहा है मैं तो सारा वक्त लगा ही होया मैं तेरे वाल, तू ही लग जा, मैं तो सारा वक्त तेरे वास्ते काम कर रहा। जो जेड़ी तेरी लाइफ सारी है, जे तू सवेर तो लेके रात तक और सौन तक देख ते कौन कर रहा सब कुछ। जेड़े कि मैं तुहानू कहा सी कि मैं तुहानू कुछ वर्ड्स दिते सी, उन्हां नू थोड़ा उहदे कॉन्सेंट करो कि दाता, राखा, अंतरयामी, अपना
ਨਿਰੰਜਨ, ਨਿਰਭਉ, ਨਿਰਵੈਰ, ਇਹ ਇੱਕ ਇੱਕ ਵਰਡ ਨੇ, ਪਰ ਇਹਦਾ ਮਤਲਬ ਜਿਹੜਾ ਹੈ ਉਹ ਬਹੁਤ ਲੰਬਾ ਗਹਿਰਾ ਹੈ। ਸੋ ਹੌਲੀ ਹੌਲੀ ਕੀ ਹੁੰਦਾ ਹੈ ਕਿ ਜਿਹੜੀ એનર્ਜੀ ਵਰਕ ਕਰ ਰਹੀ ਹੈ ਇਹ ਬੜੀ ਇੰਟੈਲੀਜੈਂਟ એનર્ਜੀ ਹੈ। ਇਹਨੂੰ ਇੰਟੈਲੀਜੈਂਟ ਪ੍ਰਿੰਸੀਪਲ ਕਿਹਾ ਗਿਆ। ਇੰਟੈਲੀਜੈਂਟ ਪ੍ਰਿੰਸੀਪਲ ਦਾ ਮਤਲਬ ਕਿ ਜੋ ਕੁਝ ਹੋ ਰਿਹਾ ਹੈ ਉਹ ਹੀ ਹੋਣਾ ਸੀ, ਉਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ, ਅਕੋਰਡਿੰਗ ਟੂ ਆਰ previous life karmas and this life karmas, our relations, everything, the way things are happening, they have to happen that way only. लेकिन इन्नू establish करने वास्ते सब तो जड़ा तरीका ही नहीं, purpose ही life का ये है कभी, जिन्हों असी एक लफ्ज़ां ते कह सकने who am I, मैं कौन हाँ, तो ही मोही, मोही तो ही अंतर कैसा, ये भी ठीक है। लेकिन प्रैक्टिकल लाइफ विच लगान वास्ते ये तो कि ठीक है मैं तेरी मतलब है, जिस तरह कबीर ने क्या है कि को कबीर राम की अंश, वो तो ठीक है, लेकिन उन्हों अंदर बिठान वास्ते जेड़ा एक कोई सेंटेंस है जेड़ा कि मैनू लाइफ दे विच जिन्ने बिल्कुल मतलब चेंज किया वो वे कि मैं कुछ नहीं कर रहा, तू ही कर रही। किस तरह ओदी प्रेजेंस जेडी है हौली हौली, दिस अ वेरी मतलब जेड़ा हैगा ये लेवल जेड़ा जिन्हों असी अनहद कहने आ, हार्ट कहने आ, हिरदे कहने आ, और असी कहने आ उन्होंने हिरदे विच वसाओ। हिरदे विच वसाण दा मतलब ये है कि इमोशन, दिस इज सेंटर ऑफ इमोशन फीलिंग। जदों असी ओनू ਉਹਦੀ ਜਿਹੜੀ ਇਮੋਸ਼ਨਲ ਤਰੀਕੇ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ, ਵੈਰਾਗ ਨਾਲ ਉਹਦੀ ਪ੍ਰੈਜ਼ੈਂਸ ਅੰਦਰ ਫੀਲ ਕਰਨ ਲੱਗ ਪੈਂਦੇ ਆ। ਇਟ ਹੈਪਨਸ ਵੈਰੀ ਸਲੋਲੀ ਐਂਡ ਵਿਦ ਲੋਟ ਆਫ ਐਫਰਟ। ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਸੁਣੀਏ, ਉਹਨੂੰ ਸਮਝੀਏ ਔਰ ਉਹਨੂੰ ਫਿਰ ਲਾਈਫ ਦੇ ਨਾਲ ਅਪਲਾਈ ਕਰੀਏ। ਸੋ ਜੋ ਹੋ ਰਿਹਾ ਹੈ ਉਹ ਠੀਕ ਹੋ ਰਿਹਾ, ਉਸ ਤਰ੍ਹਾਂ ਹੀ ਹੋਣਾ ਸੀ। ਜੇ ਅਸੀਂ ਜਰਾ ਵੀ ਇਹ ਸੋਚ ਲਈਏ ਸਾਡਾ ਦੁੱਖ ਜਿਹੜਾ ਘਟ ਜਾਂਦਾ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣੀ ਆ। 올ਡ ਏਜ ਵਿੱਚ ਬੜੇ ਸਾਰੇ ਪ੍ਰੋਬਲਮ ਆਉਂਦੇ ਨੇ, ਕਦੀ ਕੁਛ ਕਦੀ ਕੁਛ ਕਦੀ ਕੁਛ। ਹੁਣ ਜੇ ਤੇ ਤੁਸੀਂ ਇਹ ਸੋਚ ਲਓ ਕਿ these are old age problem and this is very natural, then ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਇਹਨੂੰ ਮੈਨੇਜ ਕਰ ਲਾਂ। ਸਮਟਾਈਮ ਹੈਪਨਸ ਕਿ ਜਿਉਂ ਹੀ ਕੋਈ ਛੋਟਾ ਜਿਹਾ ਪ੍ਰੋਬਲਮ ਹੋਇਆ ਤੁਸੀਂ ਬੱਚਿਆਂ ਨੂੰ ਤੰਗ ਕਰਨ ਲੱਗ ਪੈਂਦੇ ਹੋ। ਹੁਣ ਮੈਨੂੰ ਤੁਸੀਂ ਘਬਰਾ ਜਾਂਦੇ ਹੋ ਲਾਈਫ ਤੋਂ ਕਿ ਹੁਣ ਮੈਨੂੰ ਇਹ ਹੋ ਗਿਆ, ਹੁਣ ਮੈਨੂੰ ਆ ਗਿਆ, ਹੁਣ ਮੈਨੂੰ ਡਾਕਟਰ ਕੋਲ ਲੈ ਜਾ। ਦਿਸ ਇਜ਼, ਇਸ ਤਰ੍ਹਾਂ ਸਾਡਾ ਮਾਈਂਡ ਜਿਹੜਾ ਨਾ ਹਰ ਚੀਜ਼ ਵਾਸਤੇ ਇਸ ਤਰ੍ਹਾਂ ਸੈੱਟ ਹੋ ਜਾਂਦਾ ਹੈ ਕਿ ਸਾਨੂੰ ਲਾਈਫ ਨੂੰ ਜੀਣ ਦਾ ਸਿਰਫ ਤਰੀਕਾ ਹੀ ਨਹੀਂ ਆ ਜਾਂਦਾ। ਜਿਹੜੀ ਸਪਿਰਿਚੁਅਲ ਚੀਜ਼ ਹੈ ਜਿਹਨੂੰ ਕਿ ਅਧਿਆਤਮ ਅਸੀਂ ਕਹਿੰਦੇ ਹਾਂ। ਅਧਿਆਤਮ ਦਾ ਮਤਲਬ ਕੀ ਹੈ? ਅਧਿ, ਇਹ ਸੰਸਕ੍ਰਿਤ ਦਾ ਵਰਡ ਹੈ। ਅਧਿ ਮੀਨਸ ਗੁਡ ਔਰ ਆਤਮ ਦਾ ਮਤਲਬ ਆਤਮਾ। ਅਧਿਆਤਮ ਦਾ ਮਤਲਬ ਆਤਮਾ ਦੇ ਗੁਣ। ਮੈਂ ਧਾਰਮਿਕ ਨਹੀਂ, ਮੈਂ ਧਰਮ ਨੂੰ ਨਹੀਂ, ਮੈਂ ਅਧਿਆਤਮ ਨੂੰ ਮੰਨਣਾ। ਧਰਮ ਦੇ ਵਿੱਚ ਤੇ ਕਈ ਸਾਰੀਆਂ ਰੁਕਾਵਟਾਂ ਆ ਜਾਂਦੀਆਂ ਨੇ, ਲੇਕਿਨ ਅਧਿਆਤਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਮੈਂ ਬੜਾ ਓਪਨ ਹੋ ਜਾਣਾ, ਜਿੱਥੇ ਜਿੱਥੇ ਕੋਈ ਮੈਨੂੰ ਸਿੱਖਿਆ ਮਿਲਦੀ ਹੈ ਜਿਸ ਤਰ੍ਹਾਂ ਦੀ, ਮੈਂ ਉਹਨੂੰ ਰਿਸੀਵ ਕਰ ਲੈਣਾ। ਹੁਣ ਮੈਂ ਤੁਹਾਨੂੰ ਫਾਰ ਐਗਜ਼ਾਮਪਲ ਛੋਟੀ ਜਿਹੀ ਐਗਜ਼ਾਮਪਲ ਦੇਣੀ ਆ, ਦੋ ਵੀ ਆਰ ਨਾਟ ਡੂਇੰਗ ਦੈਟ। ਅੱਜ ਕੱਲ ਸ਼ਿਵਰਾਤਰੀ ਸੀ, ਮੇਨ ਚੀਜ਼ ਸੀ ਜਿਹਨੂੰ ਕਿ ਮਹਾ ਸ਼ਿਵਰਾਤਰੀ ਕਹਿੰਦੇ। ਸੋ 12 ਮਹੀਨਿਆਂ ਬਾਅਦ ਸ਼ਿਵਰਾਤਰੀ ਆਉਂਦੀ ਹੈ, ਮਹਾ ਸ਼ਿਵਰਾਤਰੀ ਆਉਂਦੀ ਹੈ। ਵੈਸੇ ਸ਼ਿਵਰਾਤਰੀ ਹਰ ਮਹੀਨੇ ਆਉਂਦੀ। ਸ਼ਿਵਰਾਤਰੀ ਮੀਨਸ ਤੁਹਾਨੂੰ ਪਤਾ ਨਾ ਸਾਰਿਆਂ ਨੂੰ ਇਹਦਾ ਕੀ ਮਤਲਬ ਹੁੰਦਾ ਕਿ ਨਹੀਂ? ਨਹੀਂ ਪਤਾ? ਨਹੀਂ, ਮੈਨੂੰ ਨਹੀਂ ਪਤਾ ਜੀ। ਅੱਛਾ, ਕਿਸੇ ਨੂੰ ਪਤਾ ਤਾਂ ਐਕਸਪਲੇਨ ਕਰ। ਕਿਸੇ ਨੇ ਪਤਾ? ਨਾ ਜੀ। ਨਹੀਂ। ਅੱਛਾ, ਸ਼ਿਵਰਾਤਰੀ ਦਾ ਹੁੰਦਾ ਹੈ ਕਿ this is the time that ਜਦੋਂ ਕਿ actually this is very much connected with our creation. When there was only black light, there was only black night, ਅਰਬਦ ਨਿਰਬਦ ਤੁੰਦੁਕਾਰਾ, ਜਿਹੜਾ ਕਿ ਮੈਂ ਤੁਹਾਨੂੰ ਉਸ ਦਿਨ ਦੱਸਿਆ ਸੀ ਕਿ there was only black energy and when ਜਦ ਟਕਰਾਈ, ਇਹਦੀਆਂ ਕਲੈਸ਼ ਹੋਇਆ ਤੇ ਫਿਰ ਉਹਦੇ ਵਿੱਚੋਂ ਜਿਹੜੀ ਬਿਗ ਬੈਂਗ ਹੋਇਆ, ਆਵਾਜ਼ ਨਿਕਲੀ ਤੇ then creation happened and then light came. So
ਉਹ ਮੈਂ ਸ਼ਾਇਦ ਉਹਦਾ ਐਕਸਪਲੇਨ ਨਹੀਂ ਸੀ ਕੀਤਾ। ਉਹ ਲਾਈਟ ਕੀ ਜਿਵੇਂ ਉਹ ਕੀ ਹੈ, ਲਾਈਟ ਬਿਗ ਬੈਂਗ ਕੀ ਹੈ ਕਿ ਉਹ ਇੱਕ ਸ਼ਬਦ ਹੈ ਜਿਹੜਾ ਕਿ ਅਸੀਂ ਇੱਕ ਓਂਕਾਰ ਕਹਿੰਦੇ ਆ। ਔਰ ਉਹ ਜਿਉਂ ਉਹ ਬਿਗ ਬੈਂਗ ਹੋਇਆ ਕਿਉਂਕਿ ਉਹ ਸ਼ਬਦ ਹੀ ਸੀ ਜਿਹੜਾ ਕਿ ਜਿਹੜੀ ਆਵਾਜ਼ ਸੀ, ਜਿਹੜੇ ਸੀਗੇ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਾ। ਕੁਆਓ ਦਾ ਮਤਲਬ ਹੁੰਦਾ ਹੈ, ਕੂਣਾ ਦਾ ਮਤਲਬ ਹੁੰਦਾ ਬੋਲਣਾ, ਇਹ ਪਿੰਡਾਂ ਦੀ ਲੈਂਗੁਏਜ ਹੈ ਕੂਣਾ। ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲੱਗਦੇ ਰਹੋ, ਜਿਸ ਵੇਲੇ ਉਹ ਮਤਲਬ ਉਹਨੇ ਸ਼ਬਦ ਬੋਲ, ਸ਼ਬਦ ਦੀ ਇਹ ਸ਼ਬਦ ਹੈ। ਸੋ ਉਹ ਜਿਹੜਾ ਸ਼ਬਦ ਹੈ ਉਹ ਅਨਹਦ ਨਾਦ ਜਿਹੜਾ ਉਹ ਹਰ ਵੇਲੇ ਬ੍ਰਹਮਾਂਡ ਦੇ ਵਿੱਚ ਗੂੰਜ ਰਿਹਾ ਹੈ। ਔਰ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮਾਂਡ ਵਿੱਚ ਹੈ ਉਹੀ ਤੁਹਾਡੇ ਅੰਦਰ ਹੈਗਾ ਸਭ ਕੁਝ। That is, we are so much attracted towards Brahman. ਸਾਡਾ ਧਿਆਨ ਆਟੋਮੈਟਿਕਲੀ ਬ੍ਰਹਮਾਂਡ ਵੱਲ ਕਿਉਂ ਜਾਂਦਾ ਹੈ? ਬਿਕਾਜ਼ ਉਹ ਹੀ ਸਾਡੇ ਅੰਦਰ ਹੈਗਾ, ਉਹ ਸਾਨੂੰ ਖਿੱਚਦਾ। ਜਿਸ ਤਰ੍ਹਾਂ ਮੈਗਨੇਟ ਹੁੰਦਾ ਹੈ ਨਾ, ਮੈਗਨੇਟ ਖਿੱਚਦਾ, ਉਹ ਸਾਨੂੰ ਖਿੱਚ ਪੈਂਦੀ ਹੈ। ਜਦੋਂ ਤੁਸੀਂ ਇੱਕ ਓਂਕਾਰ ਕਹੋ ਤੁਹਾਡਾ ਧਿਆਨ ਕਿੱਥੇ ਜਾਂਦਾ ਹੈ? ਤੁਹਾਡਾ ਧਿਆਨ ਪੂਰਾ ਬ੍ਰਹਮਾਂਡ ਵੱਲ ਚਲਾ ਜਾਂਦਾ ਹੈ। ਸੋ ਇਸੇ ਕਰਕੇ ਕਿਹਾ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਕਿ we should feel ਕਿ all those powers are inside us. So I was going to explain Shivratri. So this is the time ਜਦੋਂ ਕਿ ਜਿਹਨੂੰ ਅਸੀਂ ਮੱਸਿਆ ਕਹਿੰਦੇ ਆ, ਜਿਹੜੀ ਕਾਲੀ ਰਾਤ ਹੁੰਦੀ ਹੈਗੀ ਹੈ। ਇਸ ਵੇਲੇ ਕੀ ਹੁੰਦਾ ਹੈ, ਜਦੋਂ ਰਾਤ ਉਸ ਵੇਲੇ ਬਹੁਤ ਕਾਲੀ ਹੁੰਦੀ ਹੈ ਤੇ ਪਲੈਨਟਸ ਦੀ ਇੱਕ ਜਿਹੜੀ ਪੋਜੀਸ਼ਨ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹਨਾਂ ਦੀ એનર્ਜੀ ਜਿਹੜੀ ਹੈਗੀ ਹੈ ਉਹ ਦੇ ਆਰ ਨੀਅਰ ਟੂ ਈਚ ਅਦਰ, ਤੇ ਉਹਨਾਂ ਦੇ ਕਲੈਕਟਿਵ એનર્ਜੀ ਹੋ ਕੇ ਉਹ ਜਿਹੜੀ એનર્ਜੀ ਅਰਥ ਤੇ ਪਹੁੰਚਦੀ ਉਹ ਬੜੀ ਸਟਰੋਂਗ ਹੁੰਦੀ। ਵਨ ਥਿੰਗ। ਸੈਕੰਡ ਥਿੰਗ, ਇਸ ਵਕਤ ਜਿਹੜਾ ਸੂਰਜ ਹੈ ਉਹ 100% ਅਰਥ ਦੇ ਨੀਚੇ ਹੈ। ਯੂਜੂਅਲੀ ਸੂਰਜ ਤੇ ਮਤਲਬ ਉੱਪਰ ਹੋਏਗਾ, ਐਂਡ ਇਹ ਜਦੋਂ ਜਿਸ ਰਾਤ ਦਾ ਉਹ ਵਕਤ ਹੁੰਦਾ ਹੈ ਤੇ ਮੱਸਿਆ ਦੀ ਰਾਤ ਹੁੰਦੀ ਹੈ ਤੇ ਸੂਰਜ ਬਿਲਕੁਲ ਜਿਹੜਾ ਹੈ ਉਹ ਜ਼ਮੀਨ ਦੇ ਨੀਚੇ ਹੈ, ਅਰਥ ਦੇ ਨੀਚੇ ਹੈ। ਜਦੋਂ ਅਰਥ ਦੇ ਨੀਚੇ ਹੈ ਤਾਂ ਲਾਈਟ ਜਿਹੜੀ ਹੈ ਅਰਥ ਨੂੰ ਜਿਹੜੀ ਪੈ ਰਹੀ ਹੈ ਤੇ ਅਰਥ ਦੀ ਜਿਹੜੀ એનર્ਜੀ ਆ ਰਹੀ ਹੈ, ਦੈਟਸ ਵੈਰੀ ਸਟਰੋਂਗ, ਵੈਰੀ ਸਟਰੋਂਗ। ਔਰ ਇਹਨਾਂ ਦਿਨਾਂ ਚ ਤੁਸੀਂ ਜੇਕਰ ਮਤਲਬ ਜਦੋਂ ਪਾਠ ਪੂਜਾ ਕਰਦੇ ਹੋ ਤੇ ਤੁਸੀਂ ਨੋਟਿਸ ਕੀਤਾ ਹੋਏਗਾ ਕਿ ਇਹਨਾਂ ਦਿਨਾਂ ਚ એનર્ਜੀ ਬੜੀ ਸਟਰੋਂਗ ਹੈ। ਸੋ ਜੇ ਅਸੀਂ ਇਹਨਾਂ ਦਿਨਾਂ ਚ ਰਾਤ ਨੂੰ ਬੈਠ ਕੇ ਕੀਰਤਨ ਸੁਣੀਏ, ਕੁਝ ਕਰੀਏ, ਯੂ ਵਿਲ ਫੀਲ ਕਿ ਤੁਹਾਡੀ ਸੁਰਤੀ ਜਿਹੜੀ ਕਿੰਨੀ ਜ਼ਿਆਦਾ ਉਹਦੇ ਨਾਲ ਜੁੜਦੀ ਹੈ। So there are things which we don't have knowledge, there is no explanation for that. ਲੇਕਿਨ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਸਾਡੀ ਸਾਰੀ ਲਾਈਫ ਟਿਕੀ ਹੋਈ ਹੈ, ਸਾਡੀ ਸਾਰੀ ਸਪਿਰਿਚੁਅਲ ਪ੍ਰੋਗਰੈਸ ਉਹਦੇ ਵਿੱਚ ਟਿਕੀ ਹੋਈ। ਉਹਨਾਂ ਚੀਜ਼ਾਂ ਨੂੰ ਹੁਣ ਇਹਦੇ 'ਚ ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਐਗਜ਼ਾਮਪਲ ਦੇਣੀ ਆ ਤੇ ਤੁਹਾਨੂੰ ਫਿਰ ਸਾਨੂੰ ਵਨਨੈਸ ਦਾ ਫੀਲਿੰਗ, ਇੱਕ ਤੇ ਜਿਹੜਾ ਵਨਨੈਸ ਦਾ ਫੀਲਿੰਗ ਜਿਹੜਾ ਉਹ ਸਟਰੋਂਗ ਹੋਏਗਾ। ਦੂਸਰਾ, ਸਾਨੂੰ ਇਹ ਪਤਾ ਲੱਗੇਗਾ ਕਿ ਕੁਦਰਤ ਦੇ ਵਿੱਚ ਇੰਨਾ ਕੁਝ ਸਾਨੂੰ ਕੁਝ ਵੀ ਪਤਾ ਨਹੀਂ। ਐਕਚੁਅਲੀ ਸਾਨੂੰ ਪੂਰਾ ਨੌਲੇਜ ਫਿਰ ਵੀ ਨਹੀਂ ਆਇਆ, ਭਾਵੇਂ ਕਿੰਨਾ ਗਿਆਨ ਹੋਵੇ। ਜਦੋਂ ਦੋ ਸਟਾਰਸ ਜਾਂ ਦੋ ਮੀਟੀਅਰਸ ਆਪਸ ਵਿੱਚ ਟਕਰਾਉਂਦੇ ਨੇ ਤੇ ਉਹਦੇ ਵਿੱਚੋਂ ਇੱਕ ਡਸਟ ਨਿਕਲਦੀ ਹੈ। ਉਹ ਡਸਟ ਜਿਹੜੀ ਹੈ ਆਇਰਨ ਹੈ। ਉਹ ਅਸੀਂ ਆਇਰਨ ਨੈਚੁਰਲ ਤਰੀਕੇ ਨਾਲ ਕੰਜ਼ਿਊਮ ਕਰ ਰਹੇ। ਅਦਰਵਾਈਜ਼ ਜੇ ਉਹ ਆਇਰਨ ਨਾ ਹੋਵੇ ਤਾਂ ਦੇਰ ਬੀ ਆਲਵੇਜ਼ ਸ਼ਾਰਟੇਜ ਆਫ ਆਇਰਨ। ਇਹ ਤੇ ਇੱਕ ਐਗਜ਼ਾਮਪਲ ਹੈ। ਸੋ ਇਜ਼ਨਟ ਦੇਰ, ਵੀ ਆਰ ਅ ਫੈਮਿਲੀ। All this what we are seeing in the Brahman, we are a family. How we are interdependent? We are dependent on each other. So this is a understanding the energy. Energy is the only source. When we understand it, takes us to the higher states of consciousness, because these are very subtle things. ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹਾਂ ਫਿਰ ਅਸੀਂ ਉਸ ਇੱਕ ਨੂੰ ਫਿਰ ਸਮਝ, ਐਕਚੁਅਲੀ ਸਾਰੀ ਜਿਹੜੀ ਸਾਡੀ ਸਟੱਡੀ ਹੈ ਉਸ ਇੱਕ ਨੂੰ ਸਮਝਣ। ਜਦੋਂ ਉਸ ਇੱਕ ਨੂੰ ਅਸੀਂ ਸਮਝੇ, ਪਰ ਉਹ ਇੱਕ ਜਿਹੜਾ ਹੈ ਉਹ ਬੜਾ ਹੀ ਲੈਬੋਰੇਟਰੀ, ਉਹਦੀ ਵਿਆਖਿਆ ਤੇ ਬਹੁਤ ਵੱਡੀ ਹੈ, ਤੇ ਅਸੀਂ ਕਦੀ ਕਰ ਹੀ ਨਹੀਂ ਸਕਦੇ, ਅਸੀਂ ਜਾਣ ਵੀ ਨਹੀਂ ਸਕਦੇ। ਅਸੀਂ ਉਨੀ ਕਰ ਸਕਦੇ ਹਾਂ, ਤੁਹਾਡਾ ਛੋਟਾ ਜਿਹਾ ਦਿਮਾਗ ਜਿੰਨੀ ਕੁ ਸਾਨੂੰ ਮਤਲਬ ਚਾਹੀਦੀ ਵੀ ਨਹੀਂ, ਚਾਹੀਦੀ ਤੇ ਬਹੁਤ ਜ਼ਿਆਦਾ, ਪਰ ਸਾਨੂੰ ਮਤਲਬ ਜਿੰਨੀ ਅਵੇਲੇਬਲ ਹੁੰਦੀ ਹੈ, ਜਿੰਨੀ ਸਮਝ ਆਉਂਦੀ ਹੈ। ਸੋ ਮੇਨ ਚੀਜ਼ ਹੈ ਕਿ ਹੁਣ
ਅਸੀਂ ਕਿਸ ਚੀਜ਼ ਤੇ ਆਏ ਹਾਂ ਕਿ whatever is happening, there is a cause behind that. For everything, there is a cause behind it. Total Buddhism is on cause. They don't say anything about God. That doesn't mean that they don't believe in God, but whatever they are doing, that's God only. So they say that their effect is, we see the effect, we don't see the cause behind that. Now, ਜਦੋਂ ਅਸੀਂ ਗਹਿਰਾਈ ਵਿੱਚ ਜਾਵਾਂਗੇ, we start seeing the cause. ਜਦੋਂ ਸਾਨੂੰ cause ਦਾ ਪਤਾ ਲੱਗ ਜਾਏਗਾ, ਇਹ ਜਿਹੜੇ ਸਾਰੇ ਦੁੱਖ ਸੁੱਖ ਨੇ ਸਾਰਨ ਦੀ ਸ਼ਕਤੀ ਆ ਜਾਏਗੀ। one thing. second thing, ਜਦੋਂ ਮੈਨੂੰ ਇਹ ਪਤਾ ਲੱਗ ਜਾਏਗਾ ਕਿ ਉਹ ਮੇਰੇ ਅੰਦਰ ਬੈਠਾ ਹੋਇਆ, ਔਰ ਫਿਰ ਤੁਸੀਂ ਕਹੋਗੇ ਤੁਹਾਡੀ ਈਚ ਐਂਡ ਐਵਰੀਥਿੰਗ, ਤੁਹਾਡਾ ਫੀਲਿੰਗ ਇਸ ਤਰ੍ਹਾਂ ਦਾ ਬਣ ਗਿਆ ਕਿ ਤੁਸੀਂ ਜੋ ਵੀ ਕਰ ਰਹੇ ਹੋ ਤੁਹਾਡਾ ਆਟੋਮੈਟਿਕਲੀ ਹੱਥ ਇੱਥੇ ਜਾਏਗਾ ਕਿ ਉਹ ਇੱਥੇ ਅੰਦਰ ਵਸ ਰਿਹਾ, ਉਹ ਮੇਰੇ ਅੰਦਰ ਵਸ ਰਿਹਾ, ਜੋ ਮੇਰੇ ਅੰਦਰ ਵਸ ਰਿਹਾ ਸਭ ਕੁਝ ਉਹੀ ਕਰ ਰਿਹਾ ਹੈ। ਬਟ ਦਿਸ ਫੀਲਿੰਗ ਆਫ, ਜਿਹੜਾ ਫਿਜ਼ੀਕਲ ਫੀਲਿੰਗ ਹੈ, ਜਿਹੜਾ ਸਰੀਰ ਦਾ ਫੀਲਿੰਗ, ਉਹ ਇੰਨਾ ਸਟਰੋਂਗ ਹੈ, ਇੰਨਾ ਸਟਰੋਂਗ ਹੈ, ਉਹ ਛੇਤੀ ਛੇਤੀ ਇਹਨੂੰ ਫੀਲ ਕਰਨ ਹੀ ਨਹੀਂ ਦਿੰਦਾ ਕਿ ਜੋ ਅੰਦਰ ਬੈਠਾ ਉਹ ਸਭ ਕੁਝ ਕਰ ਰਿਹਾ, ਉਹ ਮੈਂ ਨੂੰ ਮਰਨ ਹੀ ਨਹੀਂ ਦਿੰਦਾ ਹੈਗਾ। ਸੋ ਹੁਣ ਜਿਹੜਾ ਅਗਲਾ ਆਪਣਾ ਕੀ ਹੈਗੀ ਹੈ, ਅਗਲੀ ਲੇਅਰ ਹੈਗੀ ਹੈ, ਉਹ ਵੇ ਵਿਗਿਆਨਮਈ ਕੋਸ਼। ਵਿਗਿਆਨਮਈ ਕੋਸ਼ ਦਾ ਮਤਲਬ, ਗਿਆਨ ਮੀਨਸ ਨੌਲੇਜ, ਵਿਗਿਆਨ ਮੀਨਸ ਉਸ ਨੌਲੇਜ ਨੂੰ ਸਾਇੰਟੀਫਿਕਲੀ ਯੂਜ਼ ਕਰਨਾ, ਕਿ which knowledge which can be experienced, which can be lived, which we have to adopt in life. So whatever knowledge we have discussed now, ਗਿਆਨ ਜਿਹੜਾ ਅਸੀਂ ਇਹਦੇ ਵਿੱਚ ਉਹਨਾਂ ਨੇ ਗਿਆਨ ਖੰਡ ਦਿੱਤਾ ਹੈਗਾ ਹੈ, ਉਹਦੇ ਵਿੱਚ ਤੇ ਮਤਲਬ ਉਹਨਾਂ ਨੇ ਗਿਆਨ ਐਕਸਪਲੇਨ ਕੀਤਾ ਹੈਗਾ, ਪਰ ਇਹ ਮਤਲਬ ਅਸੀਂ ਰੈਲੇਵੈਂਟ ਐਕਸਪਲੇਨ ਕਰ ਰਹੇ ਹਾਂ ਜਿਹੜਾ ਕਿ ਸਾਨੂੰ ਚਾਹੀਦਾ ਹੈ। ਉਹ ਗਿਆਨ ਜਦੋਂ ਅਸੀਂ ਆਪਣੇ ਜੀਵਨ ਵਿੱਚ ਲੈ ਆਉਂਦੇ ਹਾਂ ਤੇ ਉਹ ਵਿਗਿਆਨ ਬਣ ਜਾਂਦਾ ਹੈ। ਵਿਗਿਆਨ ਮੀਨਸ ਕਿ ਹੁਣ ਮੈਨੂੰ ਮੇਰਾ ਅੰਧ ਵਿਸ਼ਵਾਸ ਨਹੀਂ, ਮੈਂ ਬਲਾਈਂਡ ਫੇਥ ਨਾਲ ਜਿਹੜਾ ਬਿਲੀਵ ਨਹੀਂ ਕਰ ਰਹੀ, ਮੈਨੂੰ ਸਾਇੰਟੀਫਿਕਲੀ ਪ੍ਰੂਫ ਮਿਲ ਗਿਆ ਕਿ ਹੋ ਰਿਹਾ ਹੈਗਾ, ਇਸ ਤਰ੍ਹਾਂ ਹੁੰਦਾ। ਸੋ ਇਹਦਾ ਜਿਹੜਾ ਸਾਇੰਟੀਫਿਕ ਪ੍ਰੂਫ ਹੈ ਉਹ ਇਹ ਹੈ ਕਿ ਜਦੋਂ ਅਸੀਂ ਪਾਣੀ ਨੂੰ ਇੰਨੇ ਸੂਖਸ਼ਮ ਤਰੀਕੇ ਨਾਲ ਸਮਝਣ ਲੱਗ ਪਏ ਹਾਂ, ਉਹ ਜਿਹੜਾ ਸੂਖਸ਼ਮ ਤਰੀਕਾ ਹੈ ਉਹ ਮੇਰੀ ਇਮੋਸ਼ਨ ਬਣ ਗਈ ਹੈ, ਉਹ ਮੇਰੇ ਹਿਰਦੇ ਦੇ ਵਿੱਚ, ਇਹ ਮੇਰਾ ਇੱਕ ਲੈਵਲ ਹੈ ਜਿਹੜਾ ਕਿ ਇੱਕ ਵਿਚਾਰਸ਼ੀਲਤਾ ਤੇ ਚਲਾ ਗਿਆ, ਜਦੋਂ ਕਿ ਹਰ ਚੀਜ਼ ਨੂੰ ਮੈਂ ਵਿਚਾਰ ਸਕਣਾ ਵਾਂ ਕਿ ਇਹ ਕਿਸ ਤਰ੍ਹਾਂ ਵੇ, ਕਿਉਂ ਹੈ, ਇਹਨੂੰ ਕਿਸ ਤਰ੍ਹਾਂ ਬਦਲਿਆ ਜਾ ਸਕਦਾ ਹੈਗਾ। ਦਿਸ ਇਜ਼ ਦਾ ਸਾਇੰਸ ਬਿਹਾਈਂਡ ਦੈਟ। ਗਿਆਨ में ਕਿ ਇਹ ਕਰਨਾ ਹੈ, ਵਿਗਿਆਨ ਹੈ ਕਿ ਕਿਸ ਤਰ੍ਹਾਂ ਕਰਨਾ ਹੈ ਔਰ ਆਪਣੀ ਲਾਈਫ ਵਿੱਚ ਉਹਨੂੰ ਕਿਸ ਤਰ੍ਹਾਂ ਲਿਆਣਾ। ਸੋ ਅੱਜ ਦਾ ਸਾਡਾ ਜਿਹੜਾ ਇਹ ਜਿਹਨੂੰ ਅਸੀਂ ਕਹਿੰਦੇ ਆ ਕਿ ਡਿਵੈਲਪਮੈਂਟ ਆਫ ਕੌਨਸ਼ੀਅਸਨੈਸ, ਡਿਵੈਲਪਮੈਂਟ ਆਫ ਚੇਤਨਤਾ, ਜੋ ਵੀ ਇਹਨੂੰ ਕਹਿ ਲਈਏ, ਡਿਵੈਲਪਮੈਂਟ ਆਫ ਧਰਮ, ਜੋ ਵੀ ਅਸੀਂ ਕਹਿਣਾ ਚਾਹੀਏ ਕਹਿ ਸਕਦੇ ਹਾਂ। ਬਟ ਮੇਨ ਚੀਜ਼ ਹੈ, ਜਿਹੜਾ ਸਾਡਾ ਮੇਨ ਏਮ ਹੈ ਉਹ ਵੀ ਇਸਟੈਬਲਿਸ਼ ਕਰਨਾ ਆਪਣੇ ਅੰਦਰ ਕਿ ਮੈਂ ਨਹੀਂ ਉਹੀ ਹੈ। ਇਟਸ ਵੈਰੀ ਡਿਫਿਕਲਟ ਮਤਲਬ ਇਸਟੈਬਲਿਸ਼ ਕਰਨਾ ਬਹੁਤ ਮੁਸ਼ਕਿਲ, ਇਟ ਟੇਕਸ ਵੈਰੀ ਲੌਂਗ। ਮੈਂ ਆਪਣੀ ਵੀ ਗੱਲ ਦੱਸ ਦਿੰਦੀ ਹਾਂ, ਇਟ ਟੇਕਸ ਵੈਰੀ ਲੌਂਗ, ਮਤਲਬ ਹੌਲੀ, ਬਟ ਐਟਲੀਸਟ ਵੀ ਸ਼ੁਡ ਮੇਕ ਅ ਸਟਾਰਟ, ਐਂਡ ਦੈਟ ਇਜ਼ ਦਾ ਓਨਲੀ ਵੇ ਕਿ ਅਸੀਂ ਉਸ ਲੈਵਲ ਤੇ ਪਹੁੰਚ ਜਾਵਾਂਗੇ ਜਦੋਂ ਮੈਂ ਖਤਮ ਹੋ ਜਾਏਗੀ, ਤੂੰ ਰਹਿ ਜਾਵੇਂਗਾ। ਫਿਰ ਐਕਚੁਅਲੀ ਪ੍ਰੋਗਰੈਸ ਜਿਹੜੀ ਉਹ ਉਦੋਂ ਸ਼ੁਰੂ ਹੁੰਦੀ ਹੈ। ਫਿਰ ਇਸ ਤੋਂ ਅੱਗੇ ਇਟ ਨੈਵਰ ਐਂਡ, ਇਟਸ ਅ ਨੈਵਰ ਐਂਡਿੰਗ ਜਰਨੀ, ਤੇ ਬੜਾ ਲੰਬਾ ਜਰਨੀ, ਨੈਵਰ ਐਂਡ, ਬਟ ਇਟਸ ਵੈਰੀ ਬਿਊਟੀਫੁਲ। ਜਦੋਂ ਤੁਸੀਂ ਇਹਦੇ ਤੇ ਚੱਲਣ ਲੱਗ ਜਾਂਦੇ ਹੋ, ਇੰਨੀ ਲਾਈਫ ਤੁਹਾਡੀ ਸੁਖਾਲੀ ਹੋ ਜਾਂਦੀ ਹੈ। ਲਾਈਫ ਵਿੱਚ ਪੋਜ਼ਿਟਿਵਿਟੀ ਇੰਨੀ ਆਉਂਦੀ ਹੈ ਕਿ ਨੈਗੇਟਿਵ ਤੁਸੀਂ ਸੋਚਦੇ ਹੀ ਨਹੀਂ, ਆਉਂਦਾ ਹੀ ਨਹੀਂ, ਤੁਸੀਂ ਸੋਚਦੇ ਨਹੀਂ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ, ਤੁਹਾਨੂੰ ਆਪ ਨੂੰ ਪਤਾ ਲੱਗ ਜਾਂਦਾ ਹੈ। ਸੋ ਮੈਂ ਤੁਹਾਨੂੰ ਇੱਕ ਆਪਣਾ ਕੰਕਰੀਟ ਮਿਸਾਲ ਦਿੰਦੀ ਹਾਂ ਕਿ ਇੱਕ ਲੇਡੀ ਨੇ ਦੱਸਿਆ ਕਿ ਜਿਹੜੀ ਕਿ ਜਿਹਦੀ ਡੈਥ ਹੋ ਗਈ ਸੀ, ਔਰ ਕਈ ਵਾਰੀ ਡੈਥ ਹੋ ਜਾਂਦੀ ਹੈ, ਡਾਕਟਰ ਕਹਿ ਜਾਂਦੇ ਨੇ ਡੈਡ ਹੋ ਗਿਆ, ਲੇਕਿਨ ਕੀ ਹੁੰਦਾ ਕਿ ਫਿਰ ਵਾਪਸ ਆ ਜਾਂਦੀ ਹੈ ਲਾਈਫ। ਤੋ ਸ਼ੀ ਸੈਡ ਕਿ ਬਈ ਮੈਨੂੰ ਇਸ ਤਰ੍ਹਾਂ ਪੇਟ ਵਿੱਚ ਕਿਸੇ ਨੇ ਚਾਕੂ ਮਾਰ ਦਿੱਤਾ ਸੀ ਤੇ ਬੜੀ ਮੈਨੂੰ ਦਰਦ ਸੀ, ਬਲੀਡਿੰਗ ਬਹੁਤ ਜ਼ਿਆਦਾ ਹੋ ਗਈ ਸੀ, ਡਾਕਟਰ ਨੇ ਬੜੀ ਕੋਸ਼ਿਸ਼ ਕੀਤੀ ਪਰ ਮੈਂ ਰਿਕਵਰ ਨਹੀਂ ਹੋਈ।
ਤੇ ਉਹਨਾਂ ਨੇ ਮੁझे ਕਿਹਾ ਕਿ ਡਿਕਲੇਅਰ ਕਰਤਾ, ਔਰ ਉਹਨਾਂ ਨੇ ਮੇਰੇ ਫੇਸ ਤੇ ਚਾਦਰ ਪਾ ਦਿੱਤੀ। तो कहती है then क्योंकि फिर then she came back and then she traveled and she told everything कि रस्ते च किस तरह गई। वो खैर सारा ते दसन दी लोड़ नहीं बचाई। the main point जेड़ा मैं दसना चाहनी हां वो ये सी कि she said कि उन्होंने मैनू ये मैसेज दिता कि you have asked for this, तेरे कर्म जिन्ने ਇਹਦੇ ਨਾਲ ਕੱਟੇ ਗਏ ਨੇ ਹੋਰ ਕਿਸੇ ਚੀਜ਼ ਨਾਲ ਨਹੀਂ ਸੀ ਕੱਟੇ ਜਾਣੇ। you have asked for this thing और तेरे सारे कर्म कटे गए। कहती है when I came back मेरी हीलिंग टोटली हो गई हुई सी। सो ये चीज़ां सानू एक कन्विंस कर दियां ने कि whatever difficulties problem we are asked we are facing, most of them we have called for, लेकिन क्योंकि सानू पता नहीं ਜਦੋਂ ਦੁੱਖ ਆਉਂਦਾ ਦੁੱਖ ਸਹਾਰਨਾ ਬੜਾ ਮੁਸ਼ਕਿਲ ਹੁੰਦਾ। there's no doubt about it। ਸੁਣੇਗਾ ਇਹ ਤੇ ਬੜਾ ਆਸਾਨ है कहना कि जिसकी वस्ती से आगे रखे गुर की आज्ञा माने माथे, लेकिन मुश्किल ते बड़ा। लेकिन जे असी इस ज्ञान में चले जाइए तू करता करना मैं नाही जाहूं करी ना होए, तू ही कर रहा है और ये ते होना ही सी, ये इस तरह ही होना सी। जे असी उन्हें कह कि इस तरह ही होना सी ते फिर की ये साडे बहुत सारे प्रॉब्लम जेडे ने खत्म हो जाते हैं। सो एनी मेरा ख्याल इत्थे असीं हुण खत्म कर दिंदे आ। जे तुहाडे कोई सवाल होण ते तुसीं दस्सो। सवाल ते वैसे होने चाहिए ने जरूरी। ਆਂਟੀ ਜਦੋਂ ਤੁਸੀਂ ਕਿਹਾ ਆ ਕਿ ਗਿਆਨ ਜਿਹੜਾ ਹੈਗਾ ਆ, ਗਿਆਨ ਦੀ ਗੱਲ ਹੋ ਰਹੀ ਆ ਤੇ ਉਸ ਤੋਂ ਬਾਅਦ ਵਿਗਿਆਨ ਜਿਹੜਾ ਹੈ ਇਟਸ ਲਾਈਕ ਮੈਡੀਟੇਸ਼ਨ, ਪੁੱਟ ਇਟ ਇਨਟੂ ਪ੍ਰੈਕਟਿਸ, ਹੈਵ ਨੌਲੇਜ ਅਬਾਊਟ ਇਟ ਫਰਸਟ ਕਿ ਗੁਰੂ ਸਾਹਿਬ ਕੀ ਕਹਿ ਰਹੇ ਆ, that helps Yes, yes, with the yes, tune। yes, that is ਗਿਆਨ। ਐਂਡ ਵਿਗਿਆਨ ਇਸ ਜਦੋਂ ਕਿ ਉਹਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਲਗਾਉਣਾ ਸ਼ੁਰੂ ਕਰਤਾ। ਹੁਣ ਜਿਵੇਂ ਫਰਜ਼ ਕਰੋ ਦੁੱਖ ਆਇਆ, ਸੋ ਮੈਂ ਹੁਣ ਤੁਹਾਨੂੰ ਆਪਣੀ ਗੱਲ ਦੱਸਣੀ ਆ। ਆਈ ਸੋ ਮੇਰੀਆਂ ਛੋਟੀਆਂ ਬਹੁਤ ਬਿਮਾਰੀਆਂ ਨੇ, ਬਟ ਆਈ ਸੇ ਕਿ ਥੈਂਕ ਯੂ परमात्मा, तू मैनू छोटिया बीमारियां दित्तियां ने, मेरे सारे कर्म इहदे लई कटे जाणगे, तू फटल बीमारी मैनू कोई दित्ती नहीं हैगी। सो दिस इज विज्ञान कि मैनू हुण मतलब अपने रिश्तेदारां विचों किसी विचों संबंधियां विचों दुख मिलिया, मेरा उहदे नाल कर्म सीगा पिछले जन्म दा। आई वाज द कॉज, नॉट दिस इज द इफेक्ट। सो जे मैं उहनूं मतलब अपने आप समझा लिया दिस इज साइंस, हुण मैनू अपने आप ते लागू कर लिया। एंड एवरीथिंग सारा ज्ञान साइंस है, ਅਸੀਂ ਆਪਣੇ ਆਪ ਨੂੰ ਲਾਗੂ ਕਰਨਾ। एंड मोस्ट इंपॉर्टेंट थिंग विच इज अ ज्ञान एंड ਉਹਨੂੰ ਵਿਗਿਆਨ ਬਣਾਉਣਾ ਕਿ ਉਹ ਹੀ ਅੰਦਰ ਬੈਠਾ ਹੋਇਆ ਕਰ ਰਿਹਾ, ਉਹ ਹੀ ਸ਼ਕਤੀ ਹੈ। ਤੁਸੀਂ ਦੇਖੋ ਮੈਂ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੇਣੀ ਆ ਕਿ ਜਦੋਂ ਪਹਿਲਾਂ ਨਾ ਛੋਟੀਆਂ ਮੋਟਰਾਂ ਹੁੰਦੀਆਂ ਸੀ ਸਾਡੇ ਵਕਤਾਂ ਤੇ, ਮੋਟਰਾਂ ਕਾਰਾਂ, ਉਹਨੂੰ ਚਾਬੀ ਦੇਣੀ ਔਰ ਉਹਨੂੰ ਜ਼ਮੀਨ ਤੇ ਰੱਖਣਾ ਤੇ ਚੱਲ ਕੇ ਅੱਗੇ ਜਾਣੀ, ਤੇ ਬੱਚੇ ਬੜੇ ਖੁਸ਼ ਹੁੰਦੇ ਸੀ। ਸੋ ਅਸੀਂ मतलब बाहरों ये लगता है कि कार चल रही है, लेकिन अंदर ਉਹਦੇ ਕੀ ਚੱਲ ਰਿਹਾ, ਮੋਟਰ ਚੱਲ ਰਿਹਾ। ਹੁਣ ਇਹਦੀ ਐਗਜ਼ਾਮਪਲ ਮੈਂ ਪਿਛਲੀ ਵਾਰ ਵੀ ਦਿੱਤੀ ਸੀ ਕਿ ਹੁਣ ਬਲਬ ਕਹੇਗਾ ਮੈਂ ਚੱਲ ਰਿਹਾ ਹਾਂ, ਫ੍ਰਿਜ ਕਹੇਗਾ ਮੈਂ ਚੱਲ ਰਿਹਾ ਹਾਂ, ਐਂਡ ਹੀਟਰ ਕਹੇਗਾ ਮੈਂ ਚੱਲ ਰਿਹਾ ਹਾਂ, ਬਟ ਵਾਟ ਇਜ਼ ਦਾ ਸੋਰਸ? ਸੋਰਸ ਇਜ਼ ਇਲੈਕਟ੍ਰਿਸਿਟੀ। ਸੋ ਜੇ ਪਿੱਛੋਂ ਤੁਸੀਂ ਆਫ ਕਰ ਦੇਣ ਤੇ ਕੋਈ ਵੀ ਨਹੀਂ ਜਲ ਸਕੇਗਾ। ਸੋ ਜਿਹੜਾ ਮੇਨ ਪੁਆਇੰਟ ਹੈਗਾ ਹੈ ਹਰ ਵੇਲੇ ਸਾਨੂੰ ਯਾਦ ਰੱਖਣ ਵਾਲਾ ਵਿਗਿਆਨ ਕੀ ਹੈ ਕਿ ਤੂੰ ਹੀ ਹੈ, ਸਿਰਫ ਕਹਿਣਾ ਨਹੀਂ, ਕਹਿਣ ਦੀ ਲੋੜ ਹੀ ਨਹੀਂ ਹੈਗੀ, ਮਹਿਸੂਸ ਕਰਨਾ ਹੈ ਕੌਣ ਕਰ ਰਿਹਾ, ਕੌਣ ਸੁਣ ਰਿਹਾ। ਹੁਣ ਕੌਣ ਸੁਣ ਰਿਹਾ? ਤੁਸੀਂ ਸੁਣ ਰਹੇ ਹੋ, ਜਿਹੜਾ ਇਹ ਇੰਸਟਰੂਮੈਂਟ ਹੈ ਜਿਹੜਾ ਸੁਣਨ ਵਾਲਾ ਉਹ ਸੁਣ ਰਿਹਾ, ਪਰ ਅੰਦਰ ਸ਼ਕਤੀ ਕਿਹੜੀ ਹੈ? ਸ਼ਕਤੀ ਕਿਹੜੀ ਹੈ ਜਿਹੜੀ ਕਿ ਉਹਨੂੰ ਹੈਂਡਲ ਕਰ ਰਹੀ ਹੈਗੀ ਹੈ, ਜਿਹੜੀ ਤੁਹਾਨੂੰ ਸੁਣਾ ਰਹੀ ਹੈਗੀ ਹੈ। ਇੰਸਟਰੂਮੈਂਟ ਤੇ ਤੁਹਾਡਾ ਮਨ ਹੀ ਹੈ, ਮਨ ਦੇ ਥਰੂ ਹੀ ਸੁਣ ਰਹੇ ਹੋ, ਮਨ ਮਤਲਬ ਕੰਨਾਂ ਥਰੂ ਸੁਣ ਰਹੇ ਹੋ, ਮਨ ਦੇ ਥਰੂ ਸਮਝ ਰਹੇ ਹੋ। ਇੰਸਟਰੂਮੈਂਟ ਤੇ ਮਨ ਹੀ ਹੈ, ਪਰ ਮਨ ਨੂੰ ਚਲਾਉਣ ਵਾਲਾ ਕੌਣ ਹੈ? ਮਨ ਤੇ ਉਹਦਾ ਇੰਸਟਰੂਮੈਂਟ ਹੈ, ਮਨ ਤੇ ਉਹਦਾ ਨੌਕਰ ਹੈ। ਸੋ ਮਨ ਨੂੰ ਚਲਾਉਣ ਵਾਲਾ ਮੇਨ ਮਸ਼ੀਨਰੀ ਜਿਹੜੀ ਉਹ ਕਿਹੜੀ ਹੈਗੀ ਹੈ? ਜੇ ਅਸੀਂ ਉਹਨੂੰ ਹੌਲੀ, ਇਹ ਬੜੀ ਹੌਲੀ ਲਾਗੂ ਹੁੰਦਾ, ਮੈਂ ਤੁਹਾਨੂੰ ਦੱਸਿਆ ਇੱਕਦਮ ਨਹੀਂ ਹੁੰਦਾ, ਬਟ ਵੀ ਸ਼ੁਡ ਸਟਾਰਟ ਦਾ ਪ੍ਰੈਕਟਿਸ। ਇਹ ਪ੍ਰੈਕਟਿਸ ਨੂੰ ਜਿੰਨਾ ਅਸੀਂ ਦਫ਼ਤਰ ਵਿੱਚ ਅਸੀਂ ਕੰਮ ਕਰਨੇ ਹੈਗੇ ਆ, ਉੱਥੇ ਬੈਠਿਆਂ ਹੀ ਸੋਚ ਸਕਦੇ ਹਾਂ ਕੌਣ ਹੈ ਜਿਹੜਾ ਕਰ ਰਿਹਾ ਹੈ, ਮੈਂ ਨਹੀਂ। ਔਰ ਇਹਦੇ ਨਾਲ ਸਿਰਫ ਇਹ ਨਹੀਂ ਹੁੰਦਾ
कि सिर्फ फीलिंग ही बनता है, प्योरिटी बड़ी प्योरिटी आती है। These are the levels of consciousness जिन्हां नूं कि उन्हां ने साइंटिफिकली एक्सप्लेन किया हैगा वे कि ये लैवल जिहड़े ने हौली हौली क्रॉस हुंदे 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 उस लैवल ते पहुंच जांदे हैगे ने जिथे कि सारियां चीज़ां जिहड़ियां जिन्हां दा कोई मतलब नहीं हुंदा, and you are reaching the higher and higher states of consciousness. That is the development. पर स्टार्ट की है जिहड़ा कि इंस्ट्रूमेंट साडे हत्थां विच बहुत ही इंपॉर्टेंट, बहुत जरूरी और बड़ा ब्यूटीफुल है जिहड़ा साडी लाइफ चेंज हुंदी है ਉਹ ਵੇ कि तू कर रहा है मैं नहीं, क्योंकि दिस इज द रियलिटी। अगर कहिए मैं कर रहा तो झूठ है, मैं तो वही है ना, जे मैनू हुणे विचों खिंच लै ते की है, मैं लेटिया अपना यही है कि काढो काढो होए भी लै जाओ जो जदों उन्हें अपने आप नूं विचों कढ लिया ते ये शरीर नूं ते कहना काढो काढो होए चलो भी लै जाओ हाँ जी किन्ने बजे संस्कार करना असीं पहुंच जावां। दैट्स द लाइफ। सो दिस इज द मेन। हुण इहदे ते तुसीं कुछ क्वेश्चन करने ने ते तुसीं दस्सो। ਅੱਛਾ ਫਿਰ ਇਸ ਤੋਂ ਅੱਗੇ ਆਂਟੀ ਜਿਹੜੇ ਹੈਗਾ ਗਿਆਨ ਤੇ ਉਸ ਤੋਂ ਬਾਅਦ ਫਿਰ ਮੈਡੀਟੇਸ਼ਨ ਐਂਡ ਦੈਨ ਦ ਸਟੇਜ ਦ ਨੈਕਸਟ ਸਟੇਜ ਵੁੱਡ ਬੀ ਜਿਸ ਤਰ੍ਹਾਂ ਧਾਰਨਾ ਕਹਿ ਦਿੰਦੇ ਉਹਨੂੰ। हाँ वो वे धारणा ध्यान ਯਾ एंड धारणा ध्यान समाधि ने पहला है ਉਹਦੇ ਚ ਜਿਹਦੇ ਵਿੱਚ ਜਿਹਨੂੰ ਜਤ ਕਹਿੰਦੇ ਨੇ ਨਾ ਕਿ ਕੰਟਰੋਲ ਇੰਦਰੀਆਂ ਨੂੰ ਕਰਨਾ, ਉਹਦਾ ਨਾਮ ਮੈਨੂੰ ਨਹੀਂ ਆ ਰਿਹਾ। ਪਹਿਲਾ ਉਹ ਵੇ, ਦੂਸਰਾ ਵੇ ਧਾਰਨਾ, ਅਗਲਾ ਧਿਆਨ, ਅੱਗੇ ਸਮਾਧि। ਸਮਾਧि mean ਸਮਾਧਾਨ, ਸਮਾਧਾਨ mean solution. I found a solution for everything. So these are stages of so many things, ways it has been explained कि भाई किस तरह ये साडे अंदर ਜਿਹੜੇ ਰੁਕੀਆਂ ਹੋਈਆਂ ਸ਼ਕਤੀਆਂ ਨੇ ਜਿਹੜੀਆਂ ਬਲੈਂਕ ਪਈਆਂ ਨੇ ਉਹਨਾਂ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਕਹਾਂਗੇ ਕਿ ਕਵਰ ਹੋਇਆ ਹੈਗਾ ਵੇ, ਦੇਰ ਹਾਈਡਿੰਗ, ਉਹਨਾਂ ਨੂੰ ਅਸੀਂ ਮਤਲਬ ਇਹ ਉਹਨਾਂ ਨੂੰ ਅਨਕਵਰ ਕਿਵੇਂ ਕਰਨਾ ਹੈਗਾ ਵੇ। ਉਹ ਮਤਲਬ ਜਿਹੜਾ ਅਸੀਂ ਦੁਨਿਆਵੀ ਚੀਜ਼ਾਂ ਨੇ ਉਹਨਾਂ ਨੂੰ ਤੇ ਅਸੀਂ ਮਟੀਰੀਅਲ ਚੀਜ਼ਾਂ ਨਾਲ ਕਰ ਲਿਆ, ਲੇਕਿਨ ਜਿਹੜੀ ਸਾਡੇ ਅੰਦਰ ਇੰਨੀ ਸੂਖਸ਼ਮ ਹੈ, ਇੰਨੀ ਸੂਖਸ਼ਮ ਤੋਂ ਵੀ ਸੂਖਸ਼ਮ ਹੈ, ਉਹਦੇ ਵਾਸਤੇ ਤਾਂ ਸਾਡੀ ਬੁੱਧੀ ਸੂਖਸ਼ਮ ਹੋਏਗੀ, ਜਿਹਨੂੰ ਅਸੀਂ ਵਿਵੇਕ ਬੁੱਧੀ ਕਹਿੰਦੇ ਹੈਗੇ ਆ। ਕਿ ਹੌਲੀ ਹੌਲੀ ਫਿਰ ਬੁੱਧੀ ਸੂਖਸ਼ਮ ਹੁੰਦੀ ਜਾਂਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਜਿਉਂ ਅਸੀਂ ਬਾਣੀ ਨੂੰ ਪੜ੍ਹ ਕੇ, ਮੈਂ ਦੇਖਿਆ ਕਿ ਜੋ ਮੈਂ ਦੇਖਿਆ ਵਾਟ ਆਈ ਐਕਸਪੀਰੀਅੰਸ ਕਿ ਤੁਸੀਂ ਕੀਰਤਨ ਵੀ ਸੁਣੋ ਨਾ, ਕੀਰਤਨ ਦੇ ਤੁਸੀਂ ਇੱਕ ਇੱਕ ਸ਼ਬਦ ਨਾਲ ਜੁੜ ਜਾ, ਤੁਸੀਂ ਦੇਖੋ ਤੁਹਾਡੇ ਕਿਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਜਿਵੇਂ ਅਨਹਦ ਵੱਜ ਰਿਹਾ ਹੈ। You go into it and you are one with that. It happens slowly. ਮਤਲਬ ਇਹ ਨਹੀਂ ਕਿ ਬਈ ਕਿਉਂ ਨਹੀਂ ਹੋ ਰਿਹਾ, ਹੋ ਜਾਂਦਾ ਹੈਗਾ। ਸੋ ਮਤਲਬ ਇਹ ਹੈ ਕਿ ਜੋ ਅਸੀਂ ਪੜ੍ਹਨੇ ਆ ਉਹਦਾ ਮੀਨਿੰਗ ਸਾਡੇ ਅੰਦਰ ਕਿੰਨਾ ਕੁ ਜਾਂਦਾ। ਉਹਦੀ ਮੇਨ ਚੀਜ਼ ਹੈ ਸੁਣਨਾ, ਸੁਣੀਏ ਅਸੀਂ ਕਿਸ ਲੈਵਲ ਤੇ ਸੁਣਨੇ ਆ। ਸਾਡਾ ਸੁਣਨਾ ਜਿਹੜਾ ਨਾ ਉਹ ਬੜਾ ਸੁਪਰਫਲੂਸ ਹੁੰਦਾ ਹੈਗਾ। ਅੰਦਰ ਸਾਡੇ ਵਿਚਾਰ ਜਿਹੜੇ ਨੇ ਹੋਰ ਚੱਲਦੇ ਰਹਿੰਦੇ ਨੇ, ਭਾਵੇਂ ਸਾਨੂੰ ਪਤਾ ਨਹੀਂ ਲੱਗਦਾ, ਉਤੋਂ ਅਸੀਂ ਕਹਿੰਦੇ ਆ। ਔਰ ਜੇਕਰ ਉਸ ਵੇਲੇ ਸਾਨੂੰ ਕੋਈ ਖਤਰਾ ਲੱਗੇ, ਜੇ ਮੈਂ ਧਿਆਨ ਨਾਲ ਨਹੀਂ ਸੁਣਿਆ ਤਾਂ ਮੈਨੂੰ ਇੰਨੀ ਪੈਨਲਟੀ ਹੋ ਜਾਏਗੀ। ਤੁਸੀਂ ਦੇਖੋ ਕਿੰਨਾ ਧਿਆਨ ਨਾਲ, ਕਿਉਂਕਿ ਕੋਈ ਪੈਨਲਟੀ ਨਹੀਂ, ਧਿਆਨ ਲੱਗੇ ਨਾ ਲੱਗੇ ਉਸ ਵੇਲੇ ਧਿਆਨ ਜਿਹੜਾ ਹੈਗਾ ਅੱਧਾ ਧਿਆਨ ਸਾਡਾ ਹੋਰ ਕਿਧਰੇ ਹੈ। ਉਸ ਧਿਆਨ ਨੂੰ ਜੋੜਨਾ ਹੀ ਮੇਨ ਚੀਜ਼ ਹੈ। ਧਿਆਨ ਨੂੰ ਜੋੜੋਗੇ ਤੇ ਉਹਦੀ ਮੀਨਿੰਗ ਦੀ ਸਮਝ ਆਏਗੀ, ਮੀਨਿੰਗ ਦੀ ਸਮਝ ਆਏਗੀ ਤਾਂ ਲਾਈਫ ਨੂੰ ਲੱਗੇਗਾ, ਸਮਝੇਗੇ, ਪਿੱਛੇ ਤੁਸੀਂ ਉਹ ਬਣੋਗੇ। ਹੁਣ ਤੁਸੀਂ ਜੇ ਹੌਲੀ ਸਾਨੂੰ ਇਹ ਮਹਿਸੂਸ ਹੋ ਜਾਏਗਾ ਉਹੀ ਕਰ ਰਿਹਾ, ਉਹੀ ਮੇਰੇ ਅੰਦਰ ਬੈਠਾ ਕਰ ਰਿਹਾ, ਲੇਕਿਨ it will not come in one day. We have to understand Gurbani in different ways from different levels. ਔਰ ਸਾਨੂੰ ਉਹ ਗੁਰਬਾਣੀ ਜਿਹੜੀ ਕਿ ਜ਼ਿਆਦਾ ਸਾਡੀ ਲਾਈਫ ਦੇ ਨਾਲ ਡੀਲ ਕਰਦੀ ਹੈਗੀ ਏ, ਉਹਦੇ ਵਿੱਚੋਂ ਆਪਣੇ ਆਪ ਸਿਲੈਕਸ਼ਨ ਹੋ ਜਾਂਦਾ ਜਦੋਂ ਅਸੀਂ ਗੁਰਬਾਣੀ ਪੜ੍ਹਨੇ ਆ ਤੇ ਸਮਝਦੇ। ਸੋ ਤੁਸੀਂ ਮੇਰਾ ਖਿਆਲ ਨਾਲ ਯੂ ਅੰਡਰਸਟੈਂਡ ਹੋ ਸਕਦਾ, ਮੈਂ ਤੁਹਾਨੂੰ ਠੀਕ ਤਰ੍ਹਾਂ ਸਮਝਾ ਨਹੀਂ ਪਾ ਰਹੀ, ਲੇਕਿਨ ਤੁਹਾਨੂੰ ਪਤਾ ਲੱਗ ਗਿਆ ਹੋਇਆ ਕਿ ਵਾਟ ਆਈ ਵਾਂਟ ਟੂ ਸੇ ਕਿ ਜਿਹੜੀ ਚੀਜ਼ ਨੂੰ ਅਸੀਂ ਧਿਆਨ ਨਾਲ ਦੇਖੋ, ਸਾਨੂੰ ਇਹ ਤਾਂ ਪਤਾ ਜਦੋਂ ਅਸੀਂ ਛੋਟੇ ਹੁੰਦੇ ਸੀ, ਬੱਚੇ ਹੁੰਦੇ ਸੀ, ਸਕੂਲ ਜਾਂਦੇ ਸੀ, ਕਲਾਸ ਵਿੱਚ ਜਿਹੜਾ ਅਸੀਂ ਲੈਕਚਰ ਧਿਆਨ ਨਾਲ ਟੀਚਰ ਦਾ ਨਹੀਂ ਸੀ ਸੁਣਦੇ, ਸੰਸਕਾਰਾਂ ਦੇ ਸਾਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਹੁਣ,
लेकिन ਜਿਹੜਾ ਅਸੀਂ ਧਿਆਨ ਨਾਲ ਸੁਣਦੇ ਸੀ ਉਹ ਅਸੀਂ ਬਿਲਕੁਲ ਲਰਨ ਕਰਦੇ। ਦਿਸ ਇਜ਼ ਜਸਟ ਲਾਈਕ ਅ ਸਟੂਡੈਂਟ, ਵੀ ਆਰ ਜਸਟ ਸਟੂਡੈਂਟ। ਸੋ ਇਹ ਹੈ ਕਿ ਉਹਨੂੰ ਹੀ ਧਿਆਨ ਨਾਲ ਸੁਣਨਾ ਹੈ, ਔਰ ਫਿਰ ਧਿਆਨ ਨਾਲ ਸੁਣ ਕੇ ਉਹਨੂੰ ਇੱਕ ਅੰਦਰ ਸ਼ਰਧਾ, ਬੜੀ ਸਟਰੋਂਗ ਸ਼ਰਧਾ ਦਾ ਬੜਾ ਬਹੁਤ ਵੱਡਾ ਰੋਲ ਹੈ। ਕਿੰਨੀ ਕੋਈ ਸ਼ਰਧਾ, ਕਿੰਨੀ ਕੋਈ ਇੰਪੋਰਟੈਂਸ ਹੈ ਇਹ। ਸੋ ਇਹ ਹੈ ਕਿ ਉਹ ਮੇਰਾ ਬੇਟਾ ਛੋਟਾ ਕਹਿੰਦਾ ਹੁੰਦਾ ਕਿ ਮੰਮੀ ਜਦੋਂ ਨਾ ਸਵੇਰੇ ਉੱਠ ਕੇ ਨਾ ਜਿਸ ਤਰ੍ਹਾਂ ਹੁੰਦਾ ਨਾ ਚਾਹ 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 ਚਾਹ, ਇਸ ਤਰ੍ਹਾਂ ਹੋਣਾ ਚਾਹੀਦਾ ਕਿ ਹਰ ਵੇਲੇ ਅੰਦਰ ਉਹ ਲਗਨ ਲੱਗੀ ਰਹੇ, ਉਹ ਲਗਨ ਲੱਗੀ ਰਹੇ, ਲਗਨ ਲੱਗੀ ਰਹੇ ਕਿ ਬਸ ਹੁਣ ਮੈਂ ਸਮਝਣਾ ਸਮਝਣਾ, ਹੋਰ ਕੁਝ ਨਹੀਂ। ਇਹ ਨਹੀਂ ਕਿ ਹਰ ਵੇਲੇ ਪਾਠ ਹੀ ਕਰਦੇ ਰਹਿਣਾ, ਪਾਠ ਤੇ ਘੱਟ ਕਰੋ, ਸਮਝੋ ਜ਼ਿਆਦਾ। ਜੋ ਪਾਠ ਕੀਤਾ ਉਹਨੂੰ ਵਿਗਿਆਨ ਬਣਾਉਣਾ, ਕਿ ਉਹ ਜਿਹੜਾ ਪਾਠ ਕੀਤਾ ਸੀ ਉਹ ਕਹਿ ਕੀ ਰਿਹਾ ਸੀ। ਸੋ ਐਨੀਵੇ ਗੱਲ ਤੇ ਉਹੀ ਹੈ, ਅਸੀਂ ਬਾਰ-ਬਾਰ ਰਿਪੀਟ ਕਰ ਰਹੇ ਹਾਂ, ਪਰ ਉਹਨੂੰ ਰਿਪੀਟ ਕਰਨ ਦਾ ਹੀ ਫਾਇਦਾ ਹੈ ਵੀ ਉਹੀ। ਵਿਆਖਿਆ ਤੇ ਸਾਰੀ ਉਸ ਇੱਕ ਓਂਕਾਰ ਦੀ, ਉਸ ਇੱਕ ਓਂਕਾਰ ਦੀਆਂ ਸ਼ਕਤੀਆਂ ਨੂੰ ਸਮਝਣਾ, ਉਹ ਸ਼ਕਤੀਆਂ ਕੀ ਕਹਿੰਦੀਆਂ ਨੇ, ਕਿਉਂ ਜਨਮ ਦਿੱਤਾ ਸਾਨੂੰ, ਕਿਉਂ ਅਸੀਂ ਆਏ ਹਾਂ, ਕੀ ਕਰਨਾ ਹੈ। ਇਸ ਨਾਲ ਕਿ ਅਸੀਂ ਇੱਥੇ ਆਏ ਹਾਂ ਬਸ ਸਿਰਫ ਖਾਣਾ ਖਾਣ ਤੇ ਬੱਚਾ ਪੈਦਾ ਕਰਨ ਤੇ ਖੁਸ਼ੀ ਮਨਾ। ਸਰੀਰ ਦਿੱਤਾ ਗਿਆ ਇੱਕ ਪਰਪਸ ਵਾਸਤੇ, ਉਹ ਪਰਪਸ ਅਸੀਂ ਸਮਝਣਾ। ਉਸ ਪਰਪਸ ਨੂੰ ਸਮਝਣ ਵਾਸਤੇ ਸਾਨੂੰ ਕਿਸ ਕਿਸ ਕਿਸਮ ਦੇ ਨੌਲੇਜ ਦੀ ਲੋੜ ਹੈ। ਉਹ ਨੌਲੇਜ ਜਿਹੜਾ ਜਦੋਂ ਸਾਡਾ ਬਣ ਜਾਂਦਾ ਹੈ, ਉਹ ਪਰਪਸ ਸਾਡਾ ਸੋਲਵ ਹੋਣਾ ਸ਼ੁਰੂ ਹੋ ਜਾਂਦਾ ਹੈ। ਐਂਡ ਪ੍ਰੋਗਰੈਸ ਹੌਲੀ ਹੌਲੀ ਹੁੰਦੀ ਹੈ, ਉਹਦੇ ਵਿੱਚ ਜ਼ਿਆਦਾ ਕਾਲੇ ਪੈਣ ਦੀ ਲੋੜ ਨਹੀਂ। ਤੁਸੀਂ ਜਿਹੜਾ ਦੱਸ ਰਹੇ ਹੋ ਰਾਜੀ ਜੀ, ਦੈਟਸ ਅ ਡਿਟੇਲ ਕਿ ਮੈਡੀਟੇਸ਼ਨ ਕਰਨੀ ਹੈ, ਸਭ ਕੁਝ ਇਹ ਸਭ ਕੁਝ ਜਿਸੇ ਡਿਟੇਲ ਆਫ ਸਾਡੀ ਐਪਲੀਕੇਸ਼ਨ ਦੀ, ਤੇ ਠੀਕ ਹੈ ਬਿਲਕੁਲ। ਵੈਸੇ ਤੁਸੀਂ ਪਾਠ ਕਰਦੇ ਹੋ, ਵਿਚਾਰ ਕਰਦੇ ਹੋ, ਕੀਰਤਨ ਕਰ ਸੁਣਦੇ ਹੋ, ਕਥਾ ਸੁਣਦੇ ਹੋ, ਸਭ ਕੁਝ ਠੀਕ ਹੈ, ਲੇਕਿਨ ਉਹ ਕਿਸ ਲੈਵਲ ਤੇ ਤੁਸੀਂ ਅਪਲਾਈ ਕਰ ਰਹੇ ਹੋ, ਕਿਸ ਲੈਵਲ ਤੇ ਸੁਣਦੇ ਹੋ, ਦੈਟ ਇਜ਼ ਅ। ਹਾਂਜੀ ਹਾਂਜੀ, ਤੁਸੀਂ ਬੋਲ ਨਹੀਂ ਰਹੇ, ਮੈਂ ਤੁਹਾਡੇ ਵੱਲ ਦੇਖ ਰਹੀ ਹਾਂ। ਲਵਲੀਨ ਜੀ ਮੈਂ ਕਹਿ ਰਹੀ ਹਾਂ ਬੋਲੋ, ਤੁਸੀਂ ਬੜਾ ਗਹਿਰਾ ਸਵਾਲ ਕਰੋਗੇ ਮੈਨੂੰ ਪਤਾ ਹੈ। ਲਵਲੀਨ ਜੀ ਤੁਸੀਂ ਮਿਊਟ ਹੋ ਜੀ। ਲਵਲੀਨ ਜੀ ਕੈਨ ਯੂ ਅਨਮਿਊਟ? थैंक यू। मेरे मन में जो शब्द आ रहा सी कि नाना नानक वाह वाह करे से जन निर्मल त्रैमुख सोझी पाए। सो नानक वाह वाह करदे से जन निर्मल त्रैमुख सोझी पाए। So the journey starts from there, and बारे तू तत् ज्ञान विचार ना पाया बिरथा जन गवा। Yes. So Right. I was basically there and thinking of one small example for the Chetana, basically, how to kind of, for myself, that's what I kind of thought over it, to reach a kind of a home run for myself कि समझ नहीं exactly पैंदी के चेतना ते मैनू जिस तरह समझ आई कि if I'm not taking everybody's time, I'll just finish it in 1 or 2 minutes. Is that okay? नहीं नहीं ਤੁਸੀਂ ਕਰੋ ਟਾਈਮ ਹੈ ਬਿਲਕੁਲ, ਇਸੇ ਵਾਸਤੇ ਤਾਂ ਸਤਸੰਗ ਦੇ ਵਾਸਤੇ। ਬੋਲੋ। I will take कि I contemplated on that, and what I kind of read, thought this through and came with was कि जिस तरह basically सूरज है in the sky, पर उस दियां किरणां धरती ते आंदियां, he doesn't come himself, right? ते same way मैं भी उसी तरह चेतना स्वरूप हाँ, पर मेरे चित्त दे स्वरूप विच जो किरणा जो मेरे मन और बुद्धि और ज्ञान और शरीर और इंद्रियां और ज्ञान इंद्रियां विच उतरदी है, वो किरण बेसिकली उसी नू I would probably call चेतना। चित्त रूप विच जेड़ी सूर्य दी किरण तुहाडी मूल नू टच करती है, जो बुद्धि और मन और ज्ञान और कर्म तो हो के जाती है, ते जिस दी वजह नाल मन सोच पांदा है, जिस तरह बुद्धि कम करती है
ਅੱਖ ਦੇਖਦੀ ਹੈ, ਕੰਨ ਸੁਣਦਾ ਹੈ, ਸਰੀਰ ਐਕਸ਼ਨ ਕਰਦਾ ਹੈ, ਜਿਸ ਦੀ ਵਜ੍ਹਾ ਨਾਲ ਇਹ ਸਭ ਹੋ ਰਿਹਾ ਹੈ ਬੇਸਿਕਲੀ ਸੋਚਣਾ ਸਮਝਣਾ, ਉਹੀ in my opinion is your chetana. Exactly, bilkul, exactly, you are right, 100% right. So it's Chetana, like the electricity which is coming down, but ਮਨ ਨੂੰ ਵਿਚਾਰ ਔਰ ਪ੍ਰਾਣ ਨਹੀਂ ਮਿਲ ਸਕਦੇ, ਪ੍ਰਾਣ ਨੂੰ ਵਾਯੂ ਨਹੀਂ ਮਿਲ ਸਕਦੀ, ਬੁੱਧੀ ਨੂੰ ਸੋਚ ਨਹੀਂ ਮਿਲ ਸਕਦੀ। ਚੇਤਨਾ ਮਨ ਦੀ ਨਹੀਂ ਹੁੰਦੀ, ਉਹ ਮਾਈਂਡ ਦੀ ਨਹੀਂ ਹੁੰਦੀ, ਚੇਤਨਾ ਆਤਮਾ ਦੀ ਹੁੰਦੀ ਹੈ। Please correct me if I'm wrong. and then you are right. Actually, Chetana is everything. Chetana is consciousness, and it's on the base of consciousness. Consciousness ਦੇ ਘੋੜੇ ਤੇ ਚੜ ਕੇ ਅਸੀਂ ਇਹ ਸਾਰਾ ਜਿਹੜਾ ਆਪਣਾ ਖੇਲ ਦੇਖ ਰਹੇ ਹੈਗੇ ਆ, ਮਨ ਦਾ, ਬੁੱਧੀ ਦਾ, ਚਿੱਤ ਦਾ, ਹੰਕਾਰ ਦਾ, ਇਹ ਸਾਰਾ ਖੇਲ ਚੇਤਨਾ ਦੇ ਘੋੜੇ ਤੇ ਚੜ ਕੇ ਦੇਖ ਰਹੇ ਹੈਗੇ ਆ। ਸੋ ਚੇਤਨਾ ਹੀ ਡਿਵੈਲਪ ਹੁੰਦੀ ਹੈ, ਲੇਕਿਨ ਉਹਦੀਆਂ ਸਟੇਜਿਸ ਡਿਫਰੈਂਟ ਹੈਗੀਆਂ ਨੇ, ਜਿਹੜੀਆਂ ਕਿ ਹਰ ਆਦਮੀ ਜਿਹੜਾ ਉਹ ਆਪਣੇ ਤਰੀਕੇ ਨਾਲ ਉਹਦੀਆਂ ਡਿਵੈਲਪ ਹੁੰਦੀਆਂ ਨੇ। ਬਟ ਮੇਨ ਜਿਹੜੀ ਇੱਕ ਚੀਜ਼ ਹੈ ਜਿਹੜੀ ਸਾਰਿਆਂ ਨੂੰ ਜਿਹੜੀ ਇਹ ਇਫੈਕਟ ਕਰਦੀ ਉਹ ਹੁੰਦੀ ਹੈ your experience of that level of that chetana of gyan. Everybody will experience in his own way, according to his understanding, his knowledge, his interest, and that will be the development of chetana. So all this is development of chetana what we are doing, and in ਅਸੀਂ ਤੁਸੀਂ develop ਬਿਲਕੁਲ 100% develop level ਤੇ ਕਹੋਗੇ soul, ਕਿਉਂਕਿ soul little bit different ਜਦੋਂ ਕਿ ਤੁਸੀਂ ਅਜੇ ਉਸ level ਤੇ ਨਹੀਂ ਪਹੁੰਚੇ, because consciousness is on the lowest level also. Whatever we are thinking, doing, not, it's not even pure, it's consciousness, but it goes to a highest level where it's not affected by anything. When become only drishta, it's not affected, it's not doer, it's not doing anything. So you are very beautiful. So you have gone to a much deeper thing. I appreciate that. That's very nice. Anybody else? Vinko ji, ਤੁਸੀਂ ਤੇ ਬਿਲਕੁਲ ਚੁੱਪ ਕੀਤੇ ਹੋ, ਅੱਛਾ ਨਹੀਂ ਲੱਗ ਰਿਹਾ। ਸਤਿੰਦਰ ਜੀ ਤੁਸੀਂ ਬੋਲੋ। ਮੇਰੇ ਦਿਮਾਗ ਚ ਅੱਗੇ ਵੀ ਇਹ ਸਵਾਲ ਸੀਗਾ, ਭੈਣ ਜੀ ਨੇ, ਲਵਲੀਨ ਭੈਣ ਜੀ ਨੇ ਬਹੁਤ ਸੋਹਣੀ ਮਤਲਬ ਕਿ ਬੜੀ ਡੀਪ ਗੱਲ ਕੀਤੀ ਹੈ। ਮਤਲਬ ਕਿ ਜਿਸ ਤਰ੍ਹਾਂ ਚੇਤਨਾ ਇਜ਼ ਡਿਫਰੈਂਟ ਫਰੋਮ ਸੋਲ ਟੋਟਲੀ, ਰਾਈਟ? ਤੇ ਜਿਹੜੀ ਵੀ ਜੋ ਵੀ ਅਸੀਂ ਸਾਡੇ ਸੰਸਕਾਰ ਚੰਗੇ ਗਲਤ ਜੋ ਵੀ ਸਾਡੇ ਕੋਲ ਕਰਮ ਹੋ ਗਏ ਨੇ, ਉਹ ਸੰਸਕਾਰ, ਇਟ ਮੀਨਸ ਸੰਸਕਾਰ ਇਜ਼ ਪਾਰਟ ਆਫ ਆਵਰ ਚੇਤਨਾ, ਇਸ ਤਰ੍ਹਾਂ ਹੋਏਗਾ? ਕਿਉਂਕਿ ਜਦੋਂ ਬੋਡੀ ਨੂੰ ਸੋਲ ਨੇ ਛੱਡ ਕੇ ਜਾਣਾ ਹੈ ਤੇ ਚੇਤਨਾ ਨਾਲ ਜਾਏਗੀ ਤੇ ਉਹ ਸਾਰੀਆਂ ਸਾਡੇ ਸੰਸਕਾਰ ਜਿਹੜੇ ਨੇ ਉਹ ਨਾਲ ਜਾਣਗੇ। ਐਕਚੁਅਲੀ ਥੋੜਾ ਜਿਹਾ ਤੁਸੀਂ ਥੋੜਾ ਜਿਹਾ ਕਨਫਿਊਜ਼ਨ ਹੈ। ਹਾਂਜੀ। Actually, Chetana is consciousness, and consciousness is everything. It's only development of consciousness, but it goes to certain states, and it goes to a state where it's totally pure, and this is the level where we can call it soul, but this is the consciousness only. And when it goes, it takes away, the mind takes away mind. These are two bodies, one is causal body and one is sukshma body. Causal body ਜਿਹਦੇ ਸਾਡੇ ਸਾਰੇ ਸੰਸਕਾਰ, ਸਾਡੇ ਕਰਮ, ਸਾਡੇ, and sukshma bodies ਜਿਹਦੇ ਵਿੱਚ ਕਾਜ਼ਲ ਵਿੱਚ ਨਿਰੇ ਕਾਰਨ ਨੇ ਔਰ ਸੂਖਮ ਵਿੱਚ ਹਰ ਚੀਜ਼ ਹੈ ਜੋ ਅਸੀਂ ਇੱਥੋਂ ਲਿਆ। And when soul goes, it takes away the causal body and mental body, ਜਿਹਨੂੰ ਅਸੀਂ ਮਨ ਕਹਿੰਦੇ ਆ ਜਾਂ whatever it is. ਲੇਕਿਨ ਥੋੜਾ ਜਿਹਾ ਇਸ ਵਿੱਚ ਹੋਰ ਗਹਿਰਾਈ ਹੈ, which I will explain at some other time, because
ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਗਹਿਰੀਆਂ ਹੈਗੀਆਂ ਨੇ, ਉਹ ਜੇ ਜ਼ਿਆਦਾ ਗਹਿਰੇ ਚਲੇ ਜਾਈਏ ਥੋੜਾ ਜਿਹਾ ਕਨਫਿਊਜ਼ਨ ਹੋ ਜਾਂਦਾ। ਜਿਸ ਤਰ੍ਹਾਂ ਮਤਲਬ ਇਹਨਾਂ ਨੇ ਪਿਛਲੀ ਵਾਰੀ ਪੁੱਛਿਆ ਸੀਗਾ ਬਿੰਕੂ ਜੀ ਨੇ ਦ੍ਰਿਸ਼ਟਾ, ਹੁਣ ਦ੍ਰਿਸ਼ਟਾ ਸਮਝਣਾ ਬੜਾ ਮੁਸ਼ਕਿਲ ਹੈ, ਲੇਕਿਨ ਉਹ ਸਮਝਣਾ ਸੌਖਾ ਹੈ, ਲੇਕਿਨ ਉਹ ਬਣਨਾ ਬੜਾ ਮੁਸ਼ਕਿਲ ਹੈ। ਉਹ ਨਜ਼ਾਰਾ ਤੇ ਮੈਂ ਤੁਹਾਨੂੰ 1 ਮਿੰਟ ਵਿੱਚ ਕਹਿ ਦਿਆਂ ਕਿ ਦ੍ਰਿਸ਼ਟਾ means not to be affected by that, whatever is happening we are not affected by that. लेकिन in clear words is कि whatever is happening, whatever I am speaking, I'm not that. I am drishta of that. I am watching it from some distant level. I'm not, so it's, I don't want to explain that. It's a bit difficult. So मेरा मतलब यह है कि ये थोड़ा जिहा जेड़ा तुसी ना ये थोड़ा जिहा मुश्किल है। ਹੁਣ ਥੋੜਾ ਜਿਹਾ ਮੈਂ ਤੁਹਾਨੂੰ ਇਹਦੇ ਤੇ ਅੱਗੋਂ ਸਮਝਾਵਾਂਗੀ ਕਿ ਸੋਲ ਔਰ ਸਟਲ ਬਾਡੀ ਔਰ ਕਾਜ਼ਲ ਬਾਡੀ ਜਿਹੜੀਆਂ ਨੇ ਇੱਕ ਡੈਥ ਮਤਲਬ ਸਰੀਰ ਛੱਡਣ ਤੋਂ ਬਾਅਦ ਇਹ ਕਿਸ ਲੈਵਲ ਤੇ ਜਾਂਦੀਆਂ ਹੈਗੀਆਂ ਨੇ, ਇਹਦੇ ਵਿੱਚ ਥੋੜੀ ਜਿਹੀ ਗਹਿਰਾਈ, ਇਸ ਕਰਕੇ ਅੱਜ ਨਹੀਂ ਐਕਸਪਲੇਨ ਕਰਦੇ ਕਿਉਂਕਿ ਟਾਈਮ ਜਿਹੜਾ ਹੋ ਗਿਆ ਹੈਗਾ, ਬਟ ਇਹ ਕਾਫੀ ਗਹਿਰੇ ਸਵਾਲ ਹੈਗੇ ਨੇ, ਕਮਿੰਗ ਫਰੋਮ ਵੈਰੀ ਡੀਪ ਲੈਵਲ। ਥੈਂਕ ਯੂ ਜੀ। हाँ जी डॉली जी, तुसी कुछ पूछे नहीं, आज बोल ही नहीं रहा। जी मैं सॉरी, मैं लवलीन जी दा I had to miss, I had to go, मेरा गार्डनर आया सीगा ते I missed that point, पर नहीं तुसी बहुत सोहना समझाया है। I'm just looking, yes बिल्कुल उन्हें जगमोहन वीर जी ने अज असी जिहड़ा साडा शब्द सीगा काम क्रोध नगर बहु भरिया मिल साधु खंडल खंडा है, ਇਹ ਸ਼ਬਦ ਅਸੀਂ ਕਰ ਰਹੇ ਸੀਗੇ। ਸੋ ਵੈਨ ਵੀ ਲੁੱਕ ਫਰੋਮ ਦੈਟ ਐਂਗਲ ਕਿ ਹੁਣ ਗਿਆਨਮਈ ਕੋਸ਼ ਜਿਹੜਾ ਹੈਗਾ ਜਾਂ ਗੁਰਬਾਣੀ ਜੋ ਹੈਗੀ, ਜੋ ਸ਼ਬਦ ਹੈਗਾ, ਉਹ ਸਾਨੂੰ ਦੱਸਿਆ ਕਿ ਤੇਰੇ ਵਿੱਚ ਕਿਹੜੇ ਵਿਕਾਰ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਤੇ ਵਾਹਿਗੁਰੂ ਨੇ ਪਾਏ ਨੇ ਤੁਹਾਡੇ ਵਿੱਚ। ਹੁਣ ਜਿਹੜੀ ਮੈਂ ਜਿਸ ਹਿਸਾਬ ਨਾਲ ਇਹਨੂੰ ਦੇਖ ਰਹੀ ਸਾਂ, ਹੁਣ ਗਿਆਨ ਨੂੰ ਜਦੋਂ ਤੁਸੀਂ ਜ਼ਿਆਦਾ ਸੂਖਸ਼ਮ, ਜਦੋਂ ਹੋਏਗੀ ਕਿਰਪਾ ਤੇ ਸੂਖਸ਼ਮ ਰੂਪ ਚ ਦੇਖਣ ਲੱਗੋਗੇ, ਦੈਨ ਤੁਹਾਨੂੰ ਪਤਾ ਲੱਗੇਗਾ ਉਹ ਇਹ ਅਹੰਕਾਰ ਜਿਹੜਾ ਹੈਗਾ ਵਾਹਿਗੁਰੂ ਨੇ ਪਾਇਆ, ਕਿਉਂਕਿ ਹੌਲੀ 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 ਇਹ ਅਹੰਕਾਰ ਹੀ ਨਿਮਰਤਾ ਬਣੇਗਾ। ਇਹ ਅਹੰਕਾਰ ਹੀ ਮੈਨੂੰ ਪ੍ਰੇਰਿਤ ਕਰੇਗਾ ਟੂ ਡੂ ਸਮਥਿੰਗ ਗੁੱਡ। ਇਹ ਜਿਹੜਾ ਕ੍ਰੋਧ ਮੇਰੇ ਵਿੱਚ ਵਾਹਿਗੁਰੂ ਨੇ ਪਾਇਆ, ਪਹਿਲਾਂ ਤੇ ਕ੍ਰੋਧ ਹੈਗਾ, ਪਹਿਲਾਂ ਰੀਅਲਾਈਜ਼ ਹੋਏਗਾ ਕਿ ਕ੍ਰੋਧ ਹੁੰਦਾ ਹੈ, ਫਿਰ ਕ੍ਰੋਧ ਤੇ ਗਿਆਨ ਦੇ ਨਾਲ ਕ੍ਰੋਧ ਪਰਿਵਰਤਨ ਹੋਏਗਾ। ਜੇ ਕ੍ਰੋਧ ਪਰਿਵਰਤਨ ਹੁੰਦਾ ਹੈ ਕਿ ਉਹ ਸ਼ੂਰਵੀਰ ਬਣ ਜਾਂਦੇ ਨੇ, ਕ੍ਰੋਧ ਕਨਵਰਟ ਹੋ ਗਿਆ, ਹੁਣ ਕ੍ਰੋਧ ਨਹੀਂ ਹੈ, ਉਹ ਗਲਤ ਕੰਮ ਨੂੰ ਰੋਕਣ ਲਈ ਹਿੰਮਤ ਹੈਗੀ ਹੈ। ਸੋ ਦੈਟਸ ਇਨ what I was thinking is ਕਿ ਗਿਆਨ ਜਿਹੜਾ ਮਿਲਦਾ ਜਾਏਗਾ, ਇਹ ਦੱਸੇਗਾ ਕਿ ਅੰਦਰ ਕੀ ਹੈਗਾ। ਗਿਆਨ ਇਹ ਵੀ ਦੱਸੇਗਾ ਕਿ ਵਾਹਿਗੁਰੂ ਨੇ ਤੁਹਾਡੇ ਵਿੱਚ ਪਾਇਆ ਹੈ, ਪਰ ਕਿਸ ਕਰਕੇ ਪਾਇਆ ਹੈਗਾ। ਤੇ ਫਿਰ ਜਿਹੜਾ ਵਿਗਿਆਨਮਈ ਜਿਹੜੀ ਦ੍ਰਿਸ਼ਟੀ ਹੈਗੀ ਹੈ, ਉਹ ਫਿਰ ਦੱਸੇਗੀ ਕਿ ਯਸ ਇਹ ਤੇ ਬੜਾ ਠੀਕ ਐਲੀਮੈਂਟ ਪਾਇਆ ਵਾਹਿਗੁਰੂ ਨੇ, ਕਿਉਂਕਿ ਇਹਨਾਂ ਨੇ ਕਨਵਰਟ ਹੋ ਕੇ ਪੋਜ਼ਿਟਿਵ ਸਾਈਡ ਤੇ ਚਲੇ ਜਾਣਾ ਹੈਗਾ। ਕਿਉਂਕਿ ਜਦ ਇਹ ਪੋਜ਼ਿਟਿਵ ਸਾਈਡ ਤੇ ਚਲੇ ਜਾਣਗੇ ਤੇ ਫਿਰ ਦੈਨ ਉਹ that is very much बड़े अच्छे संस्कार पैदा करेंगे। So that's how I was looking. I don't know, I might be wrong, but बिल्कुल ठीक, right actually जेड़ा हंकार है ना, if it can be used positively, it's very useful। हाँ मैं करना है, मैं गुरबाणी दे नाल जुड़ना है, मैं आगे निकलना है, this is my interest, this is positive हंकार। लेकिन की ये यूजुअली लाइफ ਵਿੱਚ ਅਸੀਂ 네ਗੇਟਿਵ ਹੰਕਾਰ ਤੇ ਰਹਿੰਦੇ ਆ, ਮੈਂ ਕੀਤਾ ਲੇਕਿਨ ਇਹਨੂੰ ਛੱਡਣ ਦਾ ਜਿਹੜਾ ਸਭ ਤੋਂ ਮਤਲਬ ਇਹ ਸਭ ਤੋਂ ਆਸਾਨ ਤਰੀਕਾ ਹੈ ਨਾ, 100% ਸ਼ੋਰ ਹੋਵੇ ਕਿ ਮੈਂ ਤੇ ਹਾਂ ਤੂੰ ਹੀ ਹੈ। ਜਦੋਂ ਤੂੰ ਹੀ ਹੋ ਗਿਆ ਤੇ ਮੈਂ ਤੇ ਆਪੇ ਖਤਮ ਹੋ ਗਿਆ। ਇਟ ਡਿਵੈਲਪ ਸਲੋਲੀ। ਬਿਲਕੁਲ ਬਸ ਉਹੀ ਗੱਲ ਆ ਗਈ ਜਿਹੜੀ ਤੁਸੀਂ ਕਹੀ ਹੈ ਨਾ, ਗਿਆਨ ਵਾਲੀ ਅਵਸਥਾ। ਗਿਆਨ ਮਿਲੇਗਾ ਗੁਰਬਾਣੀ ਤੋਂ, ਸ਼ਬਦ ਤੋਂ। ਗੁਰਬਾਣੀ ਸ਼ਬਦ ਤੋਂ ਹੀ ਪਤਾ ਲੱਗੇਗਾ ਕਿ ਮੈਂ ਕੁਛ ਨਹੀਂ ਹੈਗਾ, ਤੂੰ ਹੀ ਹੈਗਾ। ਫਿਰ ਤੂੰ ਹੀ ਹੋਏਗਾ ਤੇ ਫਿਰ ਇਹ ਜਿਹਨੂੰ ਅਸੀਂ ਵਿਕਾਰ ਕਹਿੰਦੇ ਆ, ਇਹ ਕਨਵਰਟ ਹੋ ਕੇ
they will start trending in the right direction actually. So that's what I was relating the 5 consciousness levels. So any other question? फिर ਅਸੀਂ खत्म करांगे. थैंक यू लमदीन जी, ਤੁਸੀਂ बड़ा अच्छा पूछा, बड़ी गहराई विच पूछा. आई लाइक इट, क्योंकि थोड़ा जिहा फिर सारिਆਂ ਨੂੰ ਸੋਚਣ ਦਾ ਮੌਕਾ ਮਿਲ ਜਾਂਦਾ ਗਹਿਰਾਈ ਵਿੱਚ. Thank you. Thank you. फिर होर कोई सवाल नहीं तो फिर मैं डॉली जी ਨੂੰ ਕਵਾਂਗੀ ਫਿਰ ਅਰਦਾਸ ਕਰਨ. चलो जी. ठीक है. सतनाम श्री वाहिगुरु जीओ. अरदास एक ओंकार. श्री वाहिगुरु जी की फतेह. श्री भगवती जी सहाय. वाह श्री भगवती जी की पातशाही 10वीं. प्रथम भगवती सिमर के गुरु नानक लेते आए. फिर अंगद गुरु ते अमरदास रामदास से हुई सहाय. अर्जन हर गोबिंदो सिमरो श्री हर राय. श्री हरकृष्ण ते आइए जिस डिठे सब दुख जाए. तेग बहादुर सिमरे कर नाउ ने दावे थाए सब थाई न जिसाए. 10वें पातशाह श्री गुरु गोबिंद सिंह जी महाराज सब थाई न जिसाए. 10 पातशाह दे आत्मक स्वरूप श्री गुरु ग्रंथ साहिब जी दे पाठ दर्शन दीदार दा ध्यान करके बोलना जी श्री वाहिगुरू. ये अकाल पुरख वाहिगुरु जीओ, आप जी दी अपार अपार बख्शिश दा सदका आप जी ने अपने बच्चों को संगत के तौर पर इकट्ठा किया. आप जी ने विचार करवाई. दातार पिता जी हो, आप जी ने आप जी सानू मार्ग दस रहे हो. दातार पिता जी हो, जो भी बोल बुलवा रहे हो, जो सानू सुनवा रहे हो, दातार जी सदा मार्गदर्शन कर रहे हो. आप जी दे हजूर अरदास बेनती है सानू उस मार्ग ते पाओ जिस ते चल के सानू आप दी प्राप्ति हो सके. उस मार्ग ते तोरो जिहड़ी जुगत आप जी जीवन दी दसदे हो, असीं उस जुगती ते अनुसार अपना जीवन बिता सके. सच्चे पिता वाहिगुरु जी हो, बुरियां कम्मां पापां ख्यालां तो हथ दे के आप ही रखिया करना. सोई कम करावने जो आप जी दे मन नू पावन. हे दातार पिता जी, आप जी दा कोटान कोटान शुकराना. आप जी ने अनेकां अनेकां बख्शिशां कीतियां ने. दातार पिता जी हो, अरदास बेनती है सरबत साध संगत दे सिर ते मेहर भरिया हथ रखो. सारियां नू अरोगता बख्शो ताकि सारे आप जी दी संगत विच इकट्ठे हो सके. सारियां दे मनां नू एकाग्रता बख्शो. सारियां दी प्रीत संगत दे नाल, आप दी बाणी दे नाल, आप दे दर्शना दी प्रीत है सारी संगत नू मिले. दातार पिता जी हो, सरबत संसार विच सुख शांति वरताओ जी. किसान परिवारां दे अंग संग सहाई होवो. सच्चे पिता वाहिगुरु जी हो, सोई गुरमुख प्यारियां नू मिलो जिन्हां मिलिया. आप जी दा नाम स्वास स्वास चिता सुख होवे. गुरु नानक नाम चढ़दी कला, तेरे पाने सरबत दा भला. वाहिगुरु जी का खालसा, वाहिगुरु जी की फतेह. फतेह. बोले सो निहाल. श्री अकाल. सत श्री अकाल. बहुत बहुत शुक्रिया वाहिगुਰੂ ਜੀ सारी संगत दा. ਵਾਹਿਗੁਰੂ ਜੀ ਕੀ ਐਂਡ ਫਤਿਹ. ਬੜਾ ਚੰਗਾ ਲੱਗਦਾ ਹੈ ਜਦੋਂ ਤੁਸੀਂ ਲੋਕੀ ਇੰਨੇ ਪ੍ਰੇਮ ਨਾਲ ਪਿਆਰ ਨਾਲ ਸੁਣਦੇ ਹੋ. ਮੈਨੂੰ ਲੱਗਦਾ ਹੈ ਕਿ ਮੇਰਾ ਬੋਲਿਆ ਵੀ ਸਕਾਰਤਾ ਹੋ ਗਿਆ ਔਰ ਪ੍ਰਮਾਤਮਾ ਨੇ ਬੜੇ ਅੱਛੇ ਪਾਸੇ ਸਾਨੂੰ ਲਗਾਇਆ ਹੋਇਆ ਹੈਗਾ. ਪਰ ਇਸ ਤਰ੍ਹਾਂ ਹੀ ਲਗਾਈ ਰੱਖੇ, ਕਿਉਂਕਿ ਜਿਹੜਾ ਜੀਵਨ ਦਾ ਪਰਪਸ ਹੈਗਾ ਮੇਨ, ਉਹ ਤੇ ਸਾਡਾ ਇਹ ਹੈ. ਸੋ ਲਵਲੀਨ ਜੀ, ਆਈ ਐਮ ਵੈਰੀ ਹੈਪੀ you are coming and I hope you will be coming every time. I really feel good with you. Okay. Thank you. तो सारी संगत ਦਾ बहुत बहुत ਧੰਨਵਾਦ. ਔਰ ਇਸ ਤਰ੍ਹਾਂ ਹੀ ਰੌਣਕ ਉਡਾਉਂਦੇ ਰਿਹਾ ਕਰੋ, ਫਿਰ ਉਹਦੇ ਨਾਲ ਬੜਾ ਉਤਸ਼ਾਹ ਵੀ ਵੱਧਦਾ ਹੈ. ਔਰ ਜੋ ਅੱਗੋਂ ਤੁਹਾਡੇ ਸਵਾਲ ਹੋਣ ਉਹ ਤੁਸੀਂ ਬੇਸ਼ੱਕ ਪਾ ਦਿਆ ਕਰੋ ਲਿਖ ਕੇ ਮੈਨੂੰ, ਤਾਂ ਕਿ ਮੈਂ ਉਹ ਅਗਲੀ ਵਾਰ ਉਹਨਾਂ ਨੂੰ ਖੋਲ ਸਕਾਂ. ਜੇ ਨਹੀਂ ਕੋਈ ਤਾਂ ਠੀਕ ਹੈ, ਜੇ ਹੋਵੇ ਤੁਸੀਂ ਬੇਸ਼ੱਕ ਮੈਨੂੰ ਲਿਖ ਕੇ ਪਾ ਦਿਓ. ਠੀਕ ਹੈ. Thank you. Thank you. Thank you so much, Penji. ਥੈਂਕ ਯੂ ਜੀ. ਥੈਂਕ ਯੂ ਐਵਰੀਬਾਡੀ. Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਜੀ ਕੀ ਫਤਿਹ. ਫਤਿਹ ਫਤਿਹ. ਹਾਂਜੀ.